ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਅੱਜ ਇੱਕ ਬੜੇ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਬੀਤੇ ਦਿਨੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਝੜਪ ਹੋਣ ਨਾਲ ਸਾਡੇ 20 ਜਵਾਨ ਸ਼ਹੀਦ ਹੋ ਗਏ ਸੀ। ਉਸ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਸੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਸੀ ਕਿ ਇਹ ਜਿਹੜੀ ਸ਼ਹਾਦਤ ਹੈ ਇਹ ਵਿਅਰਥ ਨਹੀਂ ਜਾਊਗੀ। ਅੱਜ ਅਚਾਨਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 8:30 ਵਜੇ ਲੱਦਾਖ ਦੀ ਘਾਟੀ ਵਿੱਚ ਪਹੁੰਚ ਗਏ, LOC ਤੇ ਪਹੁੰਚ ਗਏ। ਪਹੁੰਚਣ ਦੇ ਬਾਅਦ ਸਾਰੀ ਦੁਨੀਆ ਨੇ ਦੇਖਿਆ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ। ਜਦੋਂ ਉਹ ਪਹੁੰਚੇ ਉਹਨਾਂ ਨੇ ਸੈਨਾ ਦਾ ਮਨੋਬਲ ਵਧਾਇਆ। ਉਹਨਾਂ ਦੇ ਪਹੁੰਚਣ ਤੇ ਬੜਾ ਕੁਝ ਬਿਆਨ ਹੋ ਗਿਆ। ਸਾਰਿਆਂ ਦੇ ਮਨਾਂ 'ਚ ਸੀਗਾ ਵੀ ਅਚਾਨਕ ਇਸੇ ਤਰੀਕੇ ਨਾਲ ਕਿੱਦਾਂ ਉਹ ਪਹੁੰਚ ਗਏ, ਇਹਦੇ ਪਿੱਛੇ ਕੀ ਕਾਰਨ ਨੇ। ਕਾਰਨ ਬਹੁਤ ਵੱਡੇ ਨੇ। ਸਭ ਤੋਂ ਪਹਿਲਾ ਕਾਰਨ ਇਹ ਆ, ਉਹਨਾਂ ਨੇ ਕਿਹਾ ਸੀ ਕਿ ਅਗਰ ਕੋਈ ਵੀ ਪੜੋਸੀ ਦੇਸ਼ ਸਾਡੇ ਨਾਲ ਮਿੱਤਰਤਾ ਕਰੇਗਾ ਤੇ ਅਸੀਂ ਮਿੱਤਰਤਾ ਕਰਨਾ ਜਾਣਦੇ ਵੀ ਹਾਂ, ਤੇ ਜੇ ਸਾਡੇ ਨਾਲ ਕੌੜੀ ਅੱਖ ਨਾਲ ਦੇਖੇਗਾ ਤੇ ਅਸੀਂ ਅੱਖ 'ਚ ਅੱਖ ਪਾ ਕੇ ਉਹਨੂੰ ਚੁਣੌਤੀ ਦੇਣਾ ਵੀ ਜਾਣਦੇ ਹਾਂ। ਤਾਂ ਜੋ ਹੀ ਚੁਣੌਤੀ ਦੇਣ ਵਾਸਤੇ ਪ੍ਰਧਾਨ ਮੰਤਰੀ ਮੈਂ ਕਹਾਂਗਾ ਸਿੱਧਾ ਯੁੱਧ ਸਥਲ ਤੇ ਹੀ ਪਹੁੰਚ ਗਏ ਜਿੱਥੇ ਇਹ ਯੁੱਧ ਹੁੰਦਾ LAC ਸੀ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਮੈਪਿੰਗ ਵੀ ਦੇਖੀ, ਖੁਦ ਖੜੇ ਹੋ ਕੇ 14 ਕੋਰ ਕਮਾਂਡਰ ਨੇ ਦਿਖਾਇਆ ਸਾਰਾ ਮੈਪਿੰਗ ਕਿੱਥੇ ਕਿੱਥੇ ਸਾਡੀ ਸੈਨਾ ਤੈਨਾਤ ਹੈ। ਉਹਨਾਂ ਦਾ ਮਕਸਦ ਇੱਕੋ ਹੀ ਸੀ ਵੀ ਮੈਂ ਖੁਦ ਪਹੁੰਚ ਕੇ ਜੋ ਅੱਖੀ ਦੇਖੀ ਬਿਆਨ ਹੁੰਦਾ, ਜੋ ਦੇਖਿਆ ਹੁੰਦਾ, ਉਹਦੀ ਗੱਲ ਹੋਰ ਹੁੰਦੀ ਹੈ। ਤੇ ਇੱਕ ਪ੍ਰਧਾਨ ਮੰਤਰੀ ਦੇਸ਼ ਦਾ ਜਦੋਂ ਸੈਨਾ ਦੇ ਵਿੱਚ ਪਹੁੰਚਦਾ ਤੇ ਸੈਨਾ ਦਾ ਮਨੋਬਲ ਆਪਣੇ ਆਪ ਹੀ ਉੱਚਾ ਹੋ ਜਾਂਦਾ। ਤੇ ਤੁਸੀਂ ਦੇਖਿਆ ਹੋਣਾ, ਅਸੀਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਪ੍ਰਧਾਨ ਮੰਤਰੀ ਪਹੁੰਚੇ ਤੇ ਸੈਨਾ ਨੇ ਕਿਸ ਤਰ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਤੇ ਕਿਸ ਤਰੀਕੇ ਨਾਲ ਬੰਦੇ ਮਾਤਰਮ ਦੇ ਨਾਅਰੇ ਲਗਾਏ। ਜਿਹੜਾ ਉਹ ਜੋਸ਼ ਸੀਗਾ ਉਹ ਦੇਖਦਾ ਹੀ ਬਣਦਾ ਸੀ। ਔਰ ਉਹ ਜੋਸ਼ ਨੇ ਅੱਜ ਪੂਰੇ ਹਿੰਦੁਸਤਾਨ 'ਚ ਜੋਸ਼ ਲਿਆ ਦਿੱਤਾ ਵੀ ਕੋਈ ਵੀ ਦੇਸ਼ ਅਗਰ ਭਾਰਤ ਦੇ ਸਾਹਮਣੇ ਕੋਈ ਅੱਖ ਦਿਖਾਏਗਾ, ਕੌੜੀ ਅੱਖ ਨਾਲ ਦੇਖੇਗਾ ਤੇ ਭਾਰਤ ਨੂੰ ਲੋਹਾ ਲੈਣਾ ਆਂਦਾ। ਜਿੱਦਾਂ ਪਿਛਲੇ ਕਈ ਯੁੱਧਾਂ ਦੇ ਵਿੱਚ ਭਾਰਤ ਨੇ ਲੋਹਾ ਲਿਆ। ਔਰ ਅੱਜ ਦੱਸਦਾ ਭਾਰਤ ਨੂੰ, ਚੀਨ ਨੂੰ ਵੀ ਦੱਸਦਾ। ਸਭ ਤੋਂ ਵੱਧ ਜਿਹੜਾ ਇਹ ਦੱਸਣਾ ਸੀਗਾ ਭਾਰਤ ਨੇ ਰਾਸ਼ਟਰਪਤੀ ਚੀਨ ਦੇ ਸ਼ੀ ਜਿਨਪਿੰਗ ਨੂੰ ਵੀ ਕਿ ਮੈਂ ਅੱਜ ਯੁੱਧ ਸਥਲ ਤੇ ਖੁਦ ਖੜਾ ਹੋ ਗਿਆ ਸੈਨਾ ਦੇ ਨਾਲ। ਤੁਸੀਂ ਅੱਜ ਤੋਂ ਬਾਅਦ ਕੋਈ ਵੀ ਧੱਕਾਸ਼ਾਹੀ, ਕੋਈ ਪਿੱਛ ਛੁਰਾ ਨਹੀਂ ਮਾਰ ਸਕਦਾ। ਇਹ ਬਹੁਤ ਵੱਡਾ ਉਹਨਾਂ ਨੇ ਗੱਲ ਕਹੀ। ਔਰ ਖਾਸ ਕਰਕੇ ਜਦੋਂ ਸੈਨਾ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਬਾਜੂਆਂ 'ਚ ਇੰਨਾ ਕਿ ਤਾਕਤ ਆ ਜਿਹੜੀਆਂ ਚਟਾਨਾਂ ਦੇ ਵਿੱਚ ਵੀ ਆ। ਤੁਹਾਡੀਆਂ ਜਿਹੜਾ ਸ਼ੌਰਯ ਹੈ, ਤੁਹਾਡਾ ਜਿਹੜਾ ਆਤਮ ਬਲ ਹੈ ਤੁਹਾਡੇ 'ਚ, ਜੋ ਤੁਹਾਡੇ ਵਿੱਚ ਸੋਚਣ ਸ਼ਕਤੀ ਹੈ, ਜੋ ਭਾਰਤ ਮਾਤਾ ਦੀ ਰੱਖਿਆ ਕਰਨ ਦੇ ਵਿੱਚ ਜੋ ਤੁਹਾਡਾ ਜਜ਼ਬਾ ਹੈ, ਉਹ ਤੁਹਾਡੇ ਆਲੇ ਦੁਆਲੇ ਜਿੰਨੇ ਇਹ ਪਰਵਤ ਨੇ ਉਹਨਾਂ ਵਰਗਾ ਅਟੱਲ ਹੈ ਤੇ ਅਟੂਟ ਹੈ। ਇਹ ਬਹੁਤ ਵੱਡੀਆਂ ਗੱਲਾਂ ਕਹੀਆਂ। ਆਪਾਂ ਇਸ ਤੇ ਚਰਚਾ ਕਰਾਂਗੇ ਕਿਉਂਕਿ ਕਈ ਵਿਰੋਧੀ ਪਾਰਟੀਆਂ ਨੇ, ਖਾਸ ਕਰਕੇ ਕਾਂਗਰਸ ਨੇ ਪਹਿਲਾਂ ਵੀ ਤੰਜ ਕੱਸਿਆ ਸੀ। ਰਾਹੁਲ ਗਾਂਧੀ ਨੇ ਇੱਥੇ ਤੱਕ ਕਿਹਾ ਸੀ ਵੀ ਅੱਜ ਤੱਕ ਕਿਤਨੇ ਦਿਨ ਹੋ ਚੁੱਕੇ ਨੇ ਇਸ ਲੱਦਾਖ ਘਾਟੀ ਵਿੱਚ ਸਾਡੇ 20 ਜਵਾਨ ਸ਼ਹੀਦ ਹੋਇਆਂ ਨੂੰ, ਪਰ ਪ੍ਰਧਾਨ ਮੰਤਰੀ ਜੀ ਜਦੋਂ ਵੀ ਗੱਲ ਕਰਦੇ ਆ ਤਾਂ ਉਹਨਾਂ ਤੇ ਜਵਾਨ ਤੇ ਕਦੀ ਚੀਨ ਸ਼ਬਦ ਦਾ ਜ਼ਿਕਰ ਨਹੀਂ ਹੋਇਆ। ਅੱਜ ਉਹਨਾਂ ਨੇ ਦੱਸਤਾ ਮੈਂ ਜ਼ਿਕਰ ਨਹੀਂ ਕਰਨਾ, ਮੈਂ ਖੂਬ ਆਪ ਖੜਾ ਹੋ ਕੇ ਦੱਸ ਰਿਹਾ। ਤਾਂ ਪਹਿਲਾਂ ਆਪਾਂ ਸੁਣ ਲੈਂਦੇ ਆ ਪ੍ਰਧਾਨ ਮੰਤਰੀ ਲੱਦਾਖ ਘਾਟੀ ਵਿੱਚ ਜਦੋਂ ਗਏ ਤਾਂ ਕੀ ਸੰਬੋਧਨ ਕੀਤਾ ਉਹਨਾਂ ਨੇ ਜਵਾਨਾਂ ਨੂੰ, ਕਿਸ ਤਰੀਕੇ ਨਾਲ ਉਹਨਾਂ ਦਾ ਹੌਸਲਾ ਵਧਾਇਆ। ਪਹਿਲਾਂ ਉਹਨਾਂ ਨੂੰ ਸੁਣਦੇ ਆ, ਫਿਰ ਚਰਚਾ ਕਰਾਂਗੇ। और ये हमारी पहचान है। हम वो लोग हैं जो बांसुरी धारी कृष्ण की पूजा करते हैं, तो हम वही लोग हैं जो सुदर्शन चक्रधारी कृष्ण को भी आदर्श मान करके चलते हैं। भारत आज आधुनिक अस्त्र शस्त्र का निर्माण कर रहा है। दुनिया के आधुनिक से आधुनिक तकनीक भारत की सेना के लिए ला रहे हैं, तो उसके पीछे की भावना भी यही है। भारत अगर आधुनिक इंफ्रास्ट्रक्चर का निर्माण तेजी से कर रहा है
तो उसके पीछे का संदेश भी यही है। साथियों, विस्तारवाद का युग समाप्त हो चुका है। ये युग विकासवाद का है। तेजी से बदलते हुए समय में विकासवाद ही प्रासंगिक है। विकासवाद के लिए ही अवसर है और विकासवाद ही भविष्य का आधार भी है। उन्होंने एक बहुत ਵੱਡੀ ਗੱਲ ਕਹੀ। ਉਹਨਾਂ ਨੇ ਕਿਹਾ ਵੀ ਜਦੋਂ ਵੀ ਮੈਂ ਦੇਸ਼ ਦੀ ਸਰਹੱਦਾਂ ਤੇ ਦੇਖਦਾ ਤੇ ਮੈਨੂੰ ਦੋ ਮਾਤਾਵਾਂ ਦੀ ਯਾਦ ਆਉਂਦੀ ਹੈ। ਇੱਕ ਆਪਣੀ ਭਾਰਤ ਮਾਂ ਦੀ ਤੇ ਦੂਸਰੀ ਉਹ ਵੀਰ ਮਾਤਾਵਾਂ ਦੀ ਜਿਨ੍ਹਾਂ ਨੇ ਵੀਰ ਜਵਾਨਾਂ ਨੂੰ ਜਨਮ ਦਿੱਤਾ। ਬਹੁਤ ਵੱਡੀ ਗੱਲ ਆ। ਇਹਦੇ ਨਾਲ ਸੈਨਾ ਦਾ ਮਨੋਬਲ ਅੱਜ ਬਹੁਤ ਵਧਿਆ ਤੇ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਆ ਤੇ ਖਾਸ ਕਰਕੇ ਜਦੋਂ ਉਹਨਾਂ ਨੇ ਇੱਥੇ ਦੀ LOC ਤੇ ਆਣਾ ਸੀ, ਉਸ ਤੋਂ ਪਹਿਲਾਂ ਕੱਲ ਰਸ਼ੀਆ ਨਾਲ ਪੁਤਿਨ ਨਾਲ ਵੀ ਗੱਲ ਕੀਤੀ ਤੇ ਅੱਜ ਖਬਰਾਂ ਇਹ ਨੇ ਅੱਜ ਜਾਪਾਨ ਨਾਲ ਵੀ ਉਹਨਾਂ ਨੇ ਇਹ ਚਰਚਾ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਅਸੀਂ ਚਰਚਾ ਸ਼ੁਰੂ ਕਰੀਏ। रूबरू करा देना ਸਾਡੇ ਨਾਲ ਬੈਠੇ ਨੇ ਸੀਨੀਅਰ ਜਰਨਲਿਸਟ ਕਰਨ ਕਪੂਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਔਰ ਕਾਂਗਰਸ ਦੇ ਸੀਨੀਅਰ ਆਗੂ ਵਿਨੋਦ ਭਾਰਤੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ। ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਰਜਨੀਸ਼ ਚੌਹਾਨ ਜੀ, ਨਮਸਕਾਰ। ਚੌਹਾਨ ਸਾਹਿਬ, ਤੁਸੀਂ ਦੇਖਿਆ ਹੋਣਾ ਅੱਜ ਦੇਸ਼ ਦਾ ਤਾਂ ਮਨੋਬਲ ਵਧਿਆ, ਸੈਨਾ ਦਾ ਵੀ ਬਹੁਤ ਮਨੋਬਲ ਵਧਿਆ। ਕੀ ਕਹਿਣਾ ਚਾਹੋਗੇ ਇਸ ਦੌਰੇ ਨੂੰ, ਅਚਾਨਕ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪਹਿਲਾਂ ਤਾਂ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਾ ਦੌਰਾ ਤੈਅ ਸੀਗਾ, ਅਚਾਨਕ ਉਹਨਾਂ ਦਾ ਦੌਰਾ ਕੈਂਸਲ ਕਰਕੇ ਪ੍ਰਧਾਨ ਮੰਤਰੀ ਜੀ ਪਹੁੰਚੇ ਆ। ਕੀ ਕਹਿਣਾ ਚਾਹੋਗੇ, ਕੀ ਟਿੱਪਣੀ ਤੁਹਾਡੀ? ਮੇਰਾ ਜੀ ਬਹੁਤ ਤੁਹਾਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ। ਤੁਸੀਂ ਇਹ ਬੜੇ ਗੰਭੀਰ ਮੁੱਦੇ ਤੇ ਅੱਜ ਜਿਸ ਹਿਸਾਬ ਨਾਲ ਜ਼ਰੂਰਤ ਆ ਉਹਦੇ ਤੇ ਇੱਕ ਡਿਬੇਟ ਕਰਨ ਜਾ ਰਹੇ ਹੋ ਜੀ, ਔਰ ਉਹਨਾਂ ਫੌਜੀ ਵੀਰਾਂ ਨੂੰ ਨਮਨ ਜਿਹੜੇ ਵੀ ਸ਼ਹੀਦ ਹੋ ਰਹੇ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਜੀ, ਔਰ ਪ੍ਰਧਾਨ ਮੰਤਰੀ ਜੀ ਦਾ ਲਗਾਤਾਰ ਉਹਨਾਂ ਦੇ ਨਾਲ ਟੱਚ ਹੋਣਾ, ਉਹਦੇ ਬਾਰੇ ਆਪਣੀ ਗੱਲ ਕਰਨਾ, ਇਹ ਚੀਜ਼ ਅੱਜ ਉੱਥੇ ਪਹੁੰਚ ਜਾਣਾ, ਇਹ ਚੀਜ਼ ਦੱਸਣ ਦਾ ਵੀ ਉਹ ਕਿੰਨੇ ਕੁ ਸੀਰੀਅਸ ਨੇ ਇਸ ਗੱਲ ਨੂੰ ਲੈ ਕੇ। ਅੱਜ ਜਦੋਂ ਚਾਈਨਾ ਦੇ ਵਿਰੁੱਧ ਵਿਸ਼ਵ ਭਰ 'ਚ ਉਹਦੇ ਖਿਲਾਫ ਥੂ ਹੋ ਰਹੀ ਹੈ ਜੀ, ਔਰ ਭਾਰਤ ਦਾ ਹਰ ਵਸਿੰਦਾ ਜੀ ਖੜਾ ਹੋ ਗਿਆ, ਉਹਨੇ ਬਹਿਸ਼ਕਾਰ ਕਰਤਾ ਚਾਈਨਾ ਦੇ ਸਨਮਾਨ ਦਾ ਔਰ ਚਾਈਨਾ ਨੂੰ ਘੁਟਨਿਆਂ ਤੇ ਲਿਆਤਾ। ਔਰ ਮੈਂ ਸਮਝਦਾ ਜੀ ਪ੍ਰਧਾਨ ਮੰਤਰੀ ਦਾ ਅੱਜ ਉੱਥੇ ਜਾਣਾ ਮਤਲਬ ਉਹਦੇ ਕਫਨ 'ਚ ਇੱਕ ਆਖਰੀ ਕਿੱਲ ਦਾ ਕੰਮ ਕਰੂ ਜੀ, ਔਰ ਚਾਈਨਾ ਨੂੰ ਇਹ ਗੱਲ ਸੋਚਣ ਤੇ ਮਜਬੂਰ ਹੋਣਾ ਵੀ ਆ ਮੇਰੇ ਨਾਲ ਹੋ ਕੀ ਰਿਹਾ ਜੀ। ਅਸੀਂ ਆ ਜੋ ਵੀਰ ਜਵਾਨਾਂ ਦਾ ਹੌਸਲਾ ਦੇਖਿਆ, ਜਿਹੜੇ ਸਾਡੇ ਉੱਥੇ ਜਵਾਨ ਤੈਨਾਤ ਸੀਗੇ, ਉਹਨਾਂ ਦਾ ਹੌਸਲਾ ਦੇਖਿਆ ਕਿੰਨਾ ਬੁਲੰਦ ਆ ਜੀ। ਜਦੋਂ ਕਿਸੇ ਵੀ ਦੇਸ਼ ਦਾ ਮੁਖੀ ਕਮਾਂਡਰ ਆਪਣੇ ਜਵਾਨਾਂ ਦੇ ਵਿੱਚ ਜਾਂਦਾ ਔਰ ਉਹ ਕਿੰਨੀ ਬੁਲੰਦ ਆਵਾਜ਼ ਦੇ ਨਾਲ, ਕਿੰਨੇ ਬੁਲੰਦ ਇਰਾਦੇ ਦੇ ਨਾਲ ਮਿਲੇ ਔਰ ਉਹ ਇਸ ਗੱਲ ਲਈ ਤਤਪਰ ਸੀ ਬਈ ਜੈਸਾ ਡਿਸੀਜਨ ਦੇਸ਼ ਲਊਗਾ, ਹਾਈ ਕਮਾਂਡ ਲਊ, ਤਾਂ ਉਹ ਆਪਣੀ ਦੇਸ਼ ਦੀ ਰੱਖਿਆ ਦੇ ਲਈ ਤਤਪਰ ਨੇ। ਔਰ ਪ੍ਰਧਾਨ ਮੰਤਰੀ ਇਸ ਗੱਲ ਲਈ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਨ ਗਏ। ਮੈਂ ਸਮਝਦਾ ਇੱਕ ਬਹੁਤ ਵਧਾਈ ਦਾ ਕੰਮ ਅੱਜ ਉਹਨਾਂ ਨੇ ਕੀਤਾ। ਹਾਂਜੀ, ਕਾਂਗਰਸ ਦੇ ਨੁਮਾਇੰਦੇ ਬੈਠੇ। ਹਾਂਜੀ ਭਾਰਤੀ ਜੀ, ਕੀ ਦੇਖਦੇ ਹੋ? ਕਿਉਂਕਿ ਹਮੇਸ਼ਾ ਹੀ ਤੁਹਾਡੇ ਜਿਹੜੇ ਸਿਪਾ ਸਲਾਰ ਨੇ ਜਾਂ ਤੁਹਾਡੇ ਆਗੂ ਨੇ ਜਾਂ ਤੁਹਾਡੇ ਰਾਸ਼ਟਰੀ ਪ੍ਰਧਾਨ ਨੇ ਜਾਂ ਹੁਣ ਅੱਜ ਜਦੋਂ ਪ੍ਰਧਾਨ ਮੰਤਰੀ ਦੌਰੇ ਤੇ ਸੀਗੇ, LOC ਤੇ ਲਦਾਖ ਸੀਗੇ, ਤੇ ਸੰਸਦ ਮਨੀਸ਼ ਤਿਵਾਰੀ ਦਾ ਵੀ ਟਵੀਟ ਸਾਹਮਣੇ ਆ ਗਿਆ। ਉਹਨਾਂ ਨੇ ਕਿਹਾ ਵੀ ਇਹ ਤਾਂ ਕੋਈ ਖਾਸ ਵੱਡੀ ਗੱਲ ਨਹੀਂ, ਸਾਡੀ ਇੰਦਰਾ ਗਾਂਧੀ ਵੀ ਸਾਡੇ ਉੱਥੇ ਪਹੁੰਚੇ ਸੀ, ਮਰਹੂਮ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸੀਗੇ ਉਹ ਵੀ ਲਦਾਖ ਪਹੁੰਚੇ ਸੀਗੇ। ਤੇ ਉਸ ਤਰੀਕੇ ਦੀਆਂ ਫੋਟੋਆਂ ਤਾਂ ਇਹ ਪਹਿਲਾਂ ਵੀ ਵਾਇਰਲ ਹੁੰਦੀਆਂ ਦੇਖੀਆਂ ਆਪਾਂ, ਤੇ ਅੱਜ ਫੇਰ ਉਹਨਾਂ ਨੇ ਦੁਬਾਰਾ ਟਵੀਟ ਕੀਤਾ। ਕੀ ਸਮਝਦੇ ਹੋ ਇਹਦੇ ਪਿੱਛੇ ਮਨਸ਼ਾ ਕੀ ਹੈ ਕਾਂਗਰਸ ਦੀ? मेरा साहब कांग्रेस पार्टी और कांग्रेस के आगू जी जिस दिन तो साढ़े भी जवान शहीद होए जी उस दिन तो ही डिमांड कर रहे सी जी कि प्रधानमंत्री जी उत्थे जाके खुद हालात का मुआयना करन, क्योंकि उन्होंने एक बयान दिता सी भी ना कोई गुस्सा है, ना कहीं हमारा कब्जा हुआ है, हमारी ज़मीन पे कब्जा हुआ है किसी का। तो इस गल की क्लैरिफिकेशन लई प्रधानमंत्री जी आप जाके उत्थे वो माहौल देखन और उन्होंने फिर वो एड्रैस करते तो ज़्यादा वधिया सी। लेकिन वो काफ़ी दिनों बाद
ਪ੍ਰਧਾਨ ਮੰਤਰੀ ਜੀ ਜਿਸ ਤਰ੍ਹਾਂ ਕਿ ਐਜ਼ ਯੂਜ਼ੁਅਲ ਉਹ ਹਮੇਸ਼ਾ ਹੀ ਜਿਹੜਾ ਵੀ ਕੰਮ ਕਰਦੇ ਆ ਅਚਾਨਕ ਹੀ ਕਰਦੇ ਆ, ਤਾਂ ਉਹ ਅਚਾਨਕ ਉੱਥੇ ਪਹੁੰਚੇ ਔਰ ਉੱਥੇ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਧਮਾਨ ਸਾਹਿਬ ਨੇ ਦੱਸਿਆ ਵੀ ਹੌਸਲਾ ਅਫਜ਼ਾਈ ਕੀਤੀ। ਔਰ ਉਹ ਜਿਸ ਗਲਵਾਨ ਵੈਲੀ ਤੇ 20 ਸ਼ਹੀਦ ਹੋਏ ਸਾਡੇ, ਉਹ ਉੱਥੋਂ 220 ਕਿਲੋਮੀਟਰ ਉਰੇ ਹੀ ਰਹਿ ਗਏ। ਉਹ ਲੇਹ ਤੱਕ ਪਹੁੰਚੇ ਨਿੰਬੂ ਏਰੀਆ ਦੇ ਵਿੱਚ, ਔਰ ਉੱਥੇ ਜਿਹੜੀ ਗਲਵਾਨ ਸਾਡੀ ਵੈਲੀ ਸੀ ਜਿੱਥੇ ਉਹ 20 ਜਵਾਨ ਸ਼ਹੀਦ ਹੋਏ, ਹੋਰ ਅੱਛਾ ਹੁੰਦਾ ਕਿ ਉੱਥੇ ਜਾ ਕੇ ਉਹ ਉਸ ਧਰਤੀ ਨੂੰ ਨਮਨ ਕਰਦੇ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ, ਜ਼ਿਆਦਾ ਵਧੀਆ ਹੁੰਦਾ। ਔਰ ਹੁਣੇ ਹੀ ਇੱਕ ਆਈ ਹੈ ਨਿਊਜ਼ ਕਿ ਵੀ ਬਾਹਰੋਂ ਕਾਫੀ ਸਾਰਾ ਰਸ਼ੀਆ ਵਗੈਰਾ ਤੋਂ ਫਰਾਂਸ ਤੋਂ ਅਸਲਾ ਵੀ ਖਰੀਦਿਆ ਗਿਆ ਤਾਂ ਕਿ ਚਾਈਨਾ ਨੂੰ ਉਹਦਾ ਜਿਹੜਾ ਅਸਲੀ ਰਾਹ ਹੈ ਉਹ ਦਿਖਾਇਆ ਜਾ ਸਕੇ। 32 에ਅਰਕ੍ਰਾਫਟ ਲਏ ਹੋਣੇ MiG-21 ਤੇ 30 SU। ਹਾਂਜੀ, ਸੋ ਕਿਉਂਕਿ ਹਿੰਦੁਸਤਾਨ ਦਾ ਹਰ ਨਾਗਰਿਕ ਜੀ ਚਾਹੇ ਕਹਿਣ ਨੂੰ ਜੋ ਮਰਜ਼ੀ ਸਰਕਾਰ ਕਹੀ ਜਾਵੇ, ਬੀਜੇਪੀ ਕਹੀ ਜਾਵੇ, ਕਿਉਂਕਿ ਜਿਹੜਾ ਬੀਜੇਪੀ ਦੇ ਖਿਲਾਫ ਬੋਲੇ ਉਹ ਦੇਸ਼ ਦਰੋਹੀ, ਜਿਹੜਾ ਸਰਕਾਰ ਦੇ ਖਿਲਾਫ ਬੋਲੇ ਉਹ ਦੇਸ਼ ਦਰੋਹੀ। ਸਾਨੂੰ ਕਾਂਗਰਸ ਪਾਰਟੀ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਬੀਜੇਪੀ ਤੋਂ ਲੈਣ ਦੀ ਜ਼ਰੂਰਤ ਨਹੀਂ ਹੈ ਜੀ। ਕਾਂਗਰਸ ਪਾਰਟੀ ਨੇ ਆਪਣੀ ਦੇਸ਼ ਭਗਤੀ ਦਾ ਲੋਹਾ ਆਲਰੇਡੀ ਸਾਰੀ ਦੁਨੀਆ ਜਾਣਦੀ ਹੈ ਔਰ ਸਾਰਾ ਭਾਰਤ ਜਾਣਦਾ ਹੈ। ਤਾਂ ਹੀ ਅੱਜ ਜਿਸ ਵਕਤ ਮੁਨੀਸ਼ ਤਿਵਾੜੀ ਨੇ ਦਿਖਾਈ ਫੋਟੋ ਅੱਜ, ਇੱਕ ਸਕਿੰਟ, 1971 ਦੀ ਜੰਗ ਵਿੱਚ ਜਦੋਂ ਜੰਗ ਦਾ ਐਲਾਨ ਕਰਨ ਜਾ ਰਹੇ ਸਨ ਸ਼੍ਰੀਮਤੀ ਇੰਦਰਾ ਗਾਂਧੀ, ਤਾਂ ਅਮਰੀਕਾ ਪੱਖੀ ਜਿੰਨੇ ਕੰਟਰੀ ਸੀਗੇ ਵਰਲਡ ਦੇ ਉਹ ਸਾਰੇ ਖਿਲਾਫ ਸਨ। ਉਹ ਕਹਿੰਦੇ ਵੀ ਜੇਕਰ ਪਾਕਿਸਤਾਨ ਤੇ ਤੁਸੀਂ ਅਟੈਕ ਕੀਤਾ ਤਾਂ ਅਸੀਂ ਤੁਹਾਡਾ ਸਾਥ ਨਹੀਂ ਦਿਆਂਗੇ ਔਰ ਤੁਹਾਡੇ ਖਿਲਾਫ ਹੋਵਾਂਗੇ। ਸਾਡੇ ਨਾਲ ਜੇ ਖੜਾ ਸੀ ਤਾਂ ਉਸ ਵਕਤ ਰਸ਼ੀਆ ਖੜਾ ਸੀ ਜਾਂ ਕੁਝ ਸਾਡੇ ਜਿਹੜੇ ਹਮਦਰਦ ਕੰਟਰੀ ਸਨ ਉਹ ਖੜੇ ਸਨ। ਇੰਦਰਾ ਗਾਂਧੀ ਨੇ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਪੂਰੇ ਜ਼ੋਰ ਨਾਲ ਪਾਕਿਸਤਾਨ ਤੇ ਅਟੈਕ ਕੀਤਾ ਔਰ ਉਹਦੇ 2 ਟੋਟੇ ਕਰਕੇ ਉਹਦਾ ਲੱਕ ਭੰਨ ਕੇ ਧਰਤਾ ਔਰ ਅੱਜ ਤੱਕ ਉਹ ਖੜਾ ਨਹੀਂ ਹੋ ਸਕਿਆ। ਔਰ ਅੱਜ ਉਹ ਬਿਲਕੁਲ ਐਂਟਾਇਰਲੀ ਡਿਫਰੈਂਟ ਹਾਲਾਤ ਹੈ। ਅੱਜ 199 ਕੰਟਰੀਜ਼ ਦੇ ਵਿੱਚੋਂ 184 ਦੇਸ਼ ਹਿੰਦੁਸਤਾਨ ਦੀ ਪਿੱਠ ਤੇ ਖੜੇ ਆ ਔਰ ਇਸ ਮੌਕੇ ਦਾ ਫਾਇਦਾ ਸਾਡੀ ਸਰਕਾਰ ਨੂੰ, ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਸਾਡੇ ਡਿਫੈਂਸ ਨੂੰ ਬਹੁਤ ਵਧੀਆ ਮਿਲ ਸਕਦਾ ਹੈ। ਹੁਣ ਇਹ ਡਿਪੈਂਡ ਕਰਦਾ ਹੈ ਸਰਕਾਰ ਦੀ ਆਪਣੀ ਕੁਆਲਿਟੀ ਤੇ, ਸਰਕਾਰ ਦੀ ਆਪਣੀ ਨੀਤੀ ਤੇ ਵੀ ਉਹ ਇਹਦਾ ਕਿਸ ਤਰ੍ਹਾਂ ਫਾਇਦਾ ਉਠਾਉਂਦੇ ਆ। ਚਲੋ ਮੈਂ ਕਰਨ ਜੀ ਨਾਲ ਗੱਲ ਕਰਨਾ। ਕਰਨ ਜੀ, ਜਿਸ ਤਰ੍ਹਾਂ ਅੱਜ ਪ੍ਰਧਾਨ ਮੰਤਰੀ ਨੇ ਦੌਰਾ ਕੀਤਾ, ਕੀ ਸਮਝਦੇ ਤੁਸੀਂ ਦੂਸਰੇ ਦੇਸ਼ਾਂ ਤੇ ਕੀ ਇਹਦਾ ਅਸਰ ਪਏਗਾ ਤੇ ਚਾਈਨਾ ਤੇ ਇਹਦਾ ਕੀ ਅਸਰ ਪਏਗਾ, ਕਿੱਦਾਂ ਦੇਖਦੇ ਹੋ? ਮਹਿਰਾ ਜੀ, ਅੱਜ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਚਾਨਕ ਦੌਰਾ ਕੀਤਾ ਗਿਆ ਲੱਦਾਖ ਘਾਟੀ ਦੇ ਵਿੱਚ ਜੀ, ਇਹਦਾ ਇੱਕ ਬਹੁਤ ਵੱਡਾ ਇੰਪੈਕਟ ਪਏਗਾ ਚਾਈਨਾ ਤੇ ਵੀ ਤੇ ਵਰਲਡ ਓਵਰ ਵੀ ਪਿਆ ਜੀ। ਇੱਕ ਪ੍ਰਾਈਮ ਮਿਨਿਸਟਰ ਦਾ ਉਸ ਜਗ੍ਹਾ ਜਾਣਾ ਜਿੱਥੇ ਲੜਾਈ ਦਾ ਅਸਾਰ ਬਣੇ ਹੋਏ ਨੇ ਔਰ ਜਿੱਥੇ ਸਾਡੇ ਵੀ ਸ਼ਹੀਦ ਹੋਏ ਨੇ, ਇਹ ਆਰਮੀ ਲਈ ਇੱਕ ਬੂਸਟ ਹੈ ਬਹੁਤ ਵੱਡਾ। ਜੀ, ਜਿਹੜੇ ਸੈਨਿਕ ਨੇ ਉਹ ਆਪਣੇ ਆਰਮੀ ਚੀਫ ਜਾਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਦੀ ਗੱਲਾਂ ਨੂੰ ਪੂਰੀ ਤਰ੍ਹਾਂ ਸੁਣਦੇ ਨੇ ਤੇ ਉਹਨਾਂ ਦੀ ਗੱਲਾਂ ਦਾ ਅਮਲ ਵੀ ਕਰਦੇ ਨੇ ਤੇ ਉਹਨਾਂ ਲਈ ਇਹ ਬੜੀ ਵੱਡੀ ਸ਼ਾਬਾਸ਼ੀ ਹੈ। ਤੁਸੀਂ ਦੇਖਿਆ ਹੋਵੇਗਾ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਗਏ ਭਾਰਤ ਮਾਤਾ ਜੀ ਦੇ ਨਾਂ ਲੱਗੇ, ਉਹਨਾਂ ਦਾ ਹੌਸਲਾ ਇੰਨਾ ਜ਼ਿਆਦਾ ਵੱਧ ਗਿਆ, ਉਹਨਾਂ ਦੇ ਕਮਾਂਡਰ ਦਾ ਹੌਸਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਹੁਣ ਚਾਈਨਾ ਵੀ ਜਾਂ ਹੋਰ ਵੀ ਕੰਟਰੀ ਹੋਵੇ ਉਹਨਾਂ ਵੀ ਲੜਨ ਲਈ ਤਿਆਰ ਹੈ। ਕਿਉਂਕਿ ਜਦੋਂ ਸਾਡੇ ਸੈਨਿਕ ਸ਼ਹੀਦ ਹੁੰਦੇ ਨੇ ਤੇ ਨੋ ਡਾਊਟ ਕਿ ਥੋੜਾ ਬਹੁਤ ਆਉਂਦਾ ਹੈ ਕਿ ਸਾਡੇ ਬੰਦੇ ਸ਼ਹੀਦ ਹੋ ਗਏ, ਥੋੜੇ ਡੀਮੋਰਲਾਈਜ਼ ਹੋ ਜਾਂਦੇ ਨੇ। ਇਹ ਅੱਜ ਜਾ ਕੇ ਉਹਨਾਂ ਨੇ ਬੜੀ ਵੱਡੀ ਬੂਸਟ ਕੀਤੀ ਹੈ ਆਪਣੇ ਸੈਨਿਕਾਂ ਦੀ। ਇਹ ਅਸਰ ਇਹ ਹੈ, ਦੇਖੋ ਚਾਈਨਾ ਜਿਹੜਾ ਹੈ, ਇੱਕ ਤੇ ਪਿਛਲੇ ਦਿਨੋਂ ਜਿਹੜੇ ਐਪ ਬੰਦ ਕੀਤੇ ਗਏ ਚਾਈਨਾ ਨੂੰ, ਉਹਨੂੰ ਵੀ ਅਸਰ ਪਿਆ। ਚਾਈਨਾ ਨੇ ਆਪਣੇ ਆਲੇ ਦੁਆਲੇ ਦੀ 28 ਕੰਟਰੀਆਂ ਨਾਲ ਪੰਗਾ ਚੱਲ ਰਿਹਾ। ਪੰਗਾ ਇਨ ਸੈਂਸ ਇਹਨਾਂ ਦੀ ਚਾਈਨਾ ਜਿਹੜੀ ਹੈਗੀ ਹੈ, ਇਹ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਅੱਜ ਸੰਦੇਸ਼ ਦਿੱਤਾ ਕਿ ਵਿਸਾਰਵਾਦ, ਚਾਈਨਾ ਜਿੰਨੇ ਨਾਲ ਦੀਆਂ ਕੰਟਰੀਆਂ ਲੱਗਦੀਆਂ ਸਭ ਤੇ ਕਬਜ਼ਾ ਕਰ ਰਿਹਾ ਹੋਲੀ, ਜਿਹਦੇ ਵਿੱਚ ਜਾਪਾਨ ਹੈ, ਭੂਟਾਨ ਹੈ, ਇੰਡੀਆ ਹੈ, ਨੇਪਾਲ ਵੀ ਹੈ, ਫਿਰ ਤੁਹਾਡਾ ਤੁਰਕਮੇਨਿਸਤਾਨ ਹੈ, ਇਸ ਤੋਂ ਇਲਾਵਾ ਹੋਰ ਵੀ ਦੁਨੀਆ, ਪਾਕਿਸਤਾਨ ਵੀ ਨਾਲ ਜੋੜ ਰਿਹਾ, ਪਾਕਿਸਤਾਨ ਵੀ ਹੈ ਔਰ ਇਹਦਾ ਸਾਰਾ ਦਾ ਕਬਜ਼ਾ ਕਰ ਰਿਹਾ। ਉਹ ਸਾਰੇ ਇਹਨਾਂ ਤੋਂ ਤੰਗ ਹੈ। ਤੁਸੀਂ ਦੇਖੋਗੇ ਹਾਂਗਕਾਂਗ ਦੇ ਵਿੱਚ ਇਹਨਾਂ ਦੇ ਖਿਲਾਫ ਵਿਰੋਧ ਚੱਲ ਰਿਹਾ ਬਹੁਤ ਜ਼ਿਆਦਾ। ਅੱਜ ਤੁਹਾਨੂੰ ਮੈਂ ਉਹ ਦੱਸਦਾ, ਅੱਜ ਪੈਸੀਫਿਕ ਸੀ ਦੇ ਵਿੱਚ US ਦੇ ਨਾਲ
ਤਾਈਵਾਨ ਨੇ ਪ੍ਰੈਕਟਿਸ ਕਰਨੀ ਚਾਲੂ ਕਰਤੀ ਹੈ ਆਰਮੀ ਨੇ, ਉਹ ਬੜਾ ਵੱਡਾ ਇੰਪੈਕਟ ਹੈ। ਰਸ਼ੀਆ ਨੇ ਕਹਿਤਾ ਕਿ ਅਸੀਂ ਤੁਹਾਡੇ ਨਾਲ ਆ ਇੰਡੀਆ ਦੇ, ਬਿਲਕੁਲ। ਉਹ ਚਾਈਨਾ ਦੇਖ ਰਿਹਾ, 32 ਹੁਣ ਫਾਈਟਰ ਜਹਾਜ਼ ਦੇ ਦਿੱਤੇ ਚਾਈਨਾ ਨੂੰ, ਜਿਹੜੀ ਉਮੀਦ ਨਹੀਂ ਸੀ, ਤੇ ਉਹ ਵੀ ਬੜਾ ਇੰਪੈਕਟ ਹੈ। ਦੁਨੀਆ ਜਿਹੜੀ ਹੈ ਗੁੱਸਾ ਹੈ ਇਸ ਟਾਈਮ, ਗੁੱਸਾ ਹੈ ਚਾਈਨਾ ਦੇ ਵਿੱਚ ਕਰੋਨਾ ਦੇ ਕਰਕੇ। ਤੁਹਾਨੂੰ ਪਤਾ ਹੋਏਗਾ ਕਿ 2 ਦਿਨ ਪਹਿਲੇ 3 ਦਿਨ ਪਹਿਲੇ ਇੱਕ ਖਬਰ ਆਈ ਹੈ ਕਿ ਅਮਰੀਕਾ ਦੇ ਇੱਕ ਵਿਗਿਆਨਿਕ ਨੂੰ ਉੱਥੋਂ ਹਾਇਰ ਕਰਕੇ ਚਾਈਨਾ ਆਪਣੀ ਕੰਟਰੀ ਲੈ ਕੇ ਗਈ, ਔਰ ਉਹਨੇ 2 ਵਿਗਿਆਨਿਕ ਆਪਣੇ ਨਾਲ ਲਗਾ ਕੇ ਚਾਈਨਾ ਦੇ ਉੱਥੇ ਇਹ ਵਾਇਰਸ ਬਣਾਇਆ ਔਰ ਪੂਰੇ ਦੇਸ਼ 'ਚ ਫੈਲਾਇਆ, ਪੂਰੇ ਵਰਲਡ 'ਚ ਫੈਲਾਇਆ। ਉਹ ਜਿਹੜਾ ਵਾਇਰਸ, ਉਹ ਜਿਹੜਾ ਸਾਇੰਟਿਸਟ ਹੈ, ਉਹਦੇ ਨਾਲ 2 ਹੋਰ ਚਾਈਨੀਜ਼ ਅਮਰੀਕਾ ਨੇ ਅਰੈਸਟ ਕਰ ਲਿਆ। ਤਦੋਂ ਹੀ ਟਰੰਪ ਜੀ ਤਦੋਂ ਹੀ ਕਹਿ ਰਹੇ ਸੀ ਮੇਰੇ ਪਾਸ ਸਬੂਤ ਹੈਗੇ ਆ, ਪਰ ਮੈਂ ਮੌਕੇ ਤੇ ਦੱਸਾਂਗਾ। ਸਾਰਾ ਵਰਲਡ ਦੇ ਵਿੱਚ ਇਹ ਸਾਰਾ ਸਾਬਤ ਹੋ ਗਿਆ। ਹੁਣ ਸਾਰਾ ਵਰਲਡ ਜਿਹੜਾ ਹੈਗਾ ਉਹ ਚਾਈਨਾ ਤੋਂ ਖੰਦਕ ਖਾ ਕੇ ਬੈਠਾ। ਚਾਈਨਾ ਨੂੰ ਲੱਗਦਾ ਹੈ ਕਿ ਮੈਂ ਇਹ ਭਾਰਤ ਨਾਲ ਇੱਕ ਛੋਟੀ ਜੀ ਪੰਗਾ ਲੈ ਕੇ ਕਿ ਇੱਕ ਨਿਊਜ਼ ਬਣਾ ਕੇ ਸਾਰਾ ਦਾ ਡਾਇਵਰਟ ਕਰ ਦਾਂਗਾ, ਚਾਈਨਾ ਉਹਦੇ 'ਚ ਅਸਫਲ ਰਹੇਗਾ। ਕਿਉਂਕਿ ਭਾਰਤ ਜੋ ਹੈ ਸਫਲ ਇਸ ਟਾਈਮ, ਭਾਰਤ ਨੇ ਹਰ ਫਰੰਟ ਦੇ ਉੱਤੇ ਚਾਈਨਾ ਦੇ ਖਿਲਾਫ ਜਵਾਰ ਸਾਰੇ ਫਰੰਟ ਖੋਲਤੇ, ਸਾਰੇ ਫਰੰਟ ਖੋਲਤੇ। ਉਹਨੇ ਡਿਪਲੋਮੈਸੀ ਵੀ ਖੋਲਤੀ, ਉਹਨੇ ਅਮਰੀਕਾ ਯੂਐਨਓ 'ਚ ਚਲਾ ਗਿਆ ਭਾਰਤ ਔਰ ਆਸਟ੍ਰੇਲੀਆ ਨੇ ਇੱਕ ਮਤਾ ਪਾਸ ਕੀਤਾ ਯੂਐਨਓ ਦੇ ਵਿੱਚ ਹਾਂਗਕਾਂਗ ਨੂੰ ਲੈ ਕੇ। ਹਾਂਗਕਾਂਗ ਨੂੰ ਉਹਨਾਂ ਨੇ ਐਜ਼ ਅ ਗੁਲਾਮ ਬਣਾਇਆ ਹੋਇਆ ਚਾਈਨਾ ਵਾਲਿਆਂ ਨੇ। ਬਿਲਕੁਲ। ਉਹਦੇ ਵਿੱਚ ਜਿੰਨੇ ਵੀ ਪ੍ਰੋਟੈਸਟ ਚੱਲ ਰਹੇ, ਤੁਸੀਂ ਦੇਖ ਰਹੇ ਹੋ, ਰੋਜ਼ ਹੀ ਆ ਰਹੇ। ਇਸ ਤੋਂ ਇਲਾਵਾ ਤੁਰਕਮੇਨਿਸਤਾਨ ਹੈ ਇੱਕ, ਤੁਰਕਮੇਨਿਸਤਾਨ ਤੇ ਚਾਈਨਾ ਨੇ ਕਬਜ਼ਾ ਕਰ ਲਿਆ। ਇਹ ਕੀ ਕਰਦਾ, ਪਹਿਲੇ ਤੇ ਸੜਕ ਬਣਾਉਂਦਾ, ਮਦਦ ਕਰਦਾ, ਫਿਰ ਉਹਨਾਂ ਨੂੰ ਬਿਲਡਿੰਗਾਂ ਬਣਾਉਂਦਾ, ਉਹਨਾਂ ਨੂੰ ਕਰਜ਼ਾ, ਜਿਵੇਂ ਪਾਕਿਸਤਾਨ ਨੂੰ ਕਰਜ਼ੇ 'ਚ ਲੈ ਲਿਆ, ਉਹਨੇ ਨੇਪਾਲ ਨੂੰ ਕਰਜ਼ੇ 'ਚ ਲੈ ਲਿਆ, ਏਦਾਂ ਹੀ ਤੁਰਕਮੇਨਿਸਤਾਨ ਦੇ ਵਿੱਚ ਇੰਨਾ ਬੁਰਾ ਹਾਲ ਹੈ। ਹਾਂਗਕਾਂਗ ਦਾ ਵੀ ਇਹੀ ਹੋਇਆ ਸੀ, ਹਾਂਗਕਾਂਗ ਦਾ ਤਾਂ ਵਿਰੋਧ ਚੱਲ ਰਿਹਾ। ਤੁਰਕਮੇਨਿਸਤਾਨ ਦੇ ਵਿੱਚ ਇੰਨਾ ਜ਼ਿਆਦਾ ਜ਼ੁਲਮ ਹੋ ਰਿਹਾ ਕਿ ਉੱਥੋਂ ਦੀ ਆਬਾਦੀ ਘਟ ਗਈ ਪਿਛਲੇ 3-4-5 ਸਾਲਾਂ ਦੇ ਵਿੱਚ। ਕਿੰਨੇ ਬੰਦੇ ਮਾਰ ਰਹੇ ਉੱਥੇ। ਬਿਲਕੁਲ। ਚਲੋ ਮੈਂ ਖਬਰ ਨਹੀਂ ਆਉਂਦੀ, ਮੈਂ ਇਹ ਵੀ ਬੰਦੇ ਮਰਨ ਦੀ ਵੀ ਗੱਲ ਜਿਹੜੀ ਆ ਗਈ ਆ, ਉਹ ਮੈਂ ਪਹਿਲਾਂ ਇੱਕ ਵਾਰ ਇਹਨਾਂ ਨੂੰ ਪੁੱਛਦਾ, ਰਜਨੀਸ਼ ਜੀ, ਜਿੱਦਾਂ ਗੱਲ ਚੱਲੀ ਹੈ, ਇਹ ਗੱਲ ਇਸ ਵੇਲੇ ਸਾਰੀ ਦੁਨੀਆ 'ਚ ਹੈ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਜੇ ਭਾਰਤ ਦੇ 20 ਜਵਾਨ ਸ਼ਹੀਦ ਹੋਏ ਆ ਤੇ ਚਾਈਨਾ ਦੇ ਨਹੀਂ ਹੋਏ ਹੋਣਗੇ। ਹਾਲਾਂਕਿ ਕੁਝ ਮੰਨਿਆ, ਲੇਕਿਨ ਜਿਹੜੀਆਂ ਤਸਵੀਰਾਂ ਸੈਟੇਲਾਈਟ ਤੋਂ ਆਈਆਂ ਔਰ ਉਹਦੇ ਜਿਹੜੇ ਗਲੋਬਲ ਟਾਈਮ ਨੇ ਵੀ ਉਦੋਂ ਦੱਸਿਆ ਸੀ ਵੀ 56 ਅਸੀਂ ਜਿਹੜੀਆਂ ਬੋਡੀ ਉੱਪਰ ਜਾਂਦੀਆਂ ਦੇਖੀਆਂ ਹੈਲੀਕਾਪਟਰ 'ਚ, ਤੇ ਅੱਜ ਤੱਕ ਚਾਈਨਾ ਨੇ ਇਹ ਆਪਣੇ ਜਿਹੜੇ ਸੈਨਿਕ ਆ ਉਹਨਾਂ ਦਾ ਕੋਈ ਵੀ ਬਿਊਰਾ ਨਹੀਂ ਦਿੱਤਾ। ਇੱਥੇ ਵੀ ਖਬਰਾਂ ਆਈਆਂ ਕਿ ਉਹ ਵੀ ਗਲੋਬਲ ਟਾਈਮ ਦੱਸਿਆ ਵੀ ਲੋਕ ਰੋ ਰਹੇ ਨੇ ਵੀ ਸਾਡੀ ਜਿਹੜੀ ਇੰਡੀਆ ਦੇ ਵਿੱਚ ਤਾਂ ਸ਼ਹਾਦਤ ਦਾ ਦੇਖੋ ਕਿਸ ਤਰੀਕੇ ਨਾਲ ਸਲਾਮੀਆਂ ਹੋ ਰਹੀਆਂ, ਤੇ ਤੁਸੀਂ ਸਾਡੇ ਜਿਹੜਾ ਜਵਾਨ ਮਰਿਆ ਤੁਹਾਡੇ ਚਾਈਨਾ ਲਈ, ਉਹਦਾ ਤੁਸੀਂ ਕੋਈ ਵੀ ਕੁਝ ਨਹੀਂ ਕਰ ਰਹੇ। ਇਸ ਤਰੀਕੇ ਨਾਲ ਇੱਕ ਤਰ੍ਹਾਂ ਦਾ ਲੱਗਦਾ ਨਹੀਂ ਵੀ ਅਪਮਾਨ ਹੋ ਰਿਹਾ ਚੀਨੀ ਸੈਨਾ ਦਾ, ਤੇ ਸਾਡਾ ਭਾਰਤ ਇਸ ਕਰਕੇ ਉਹਨਾਂ ਦੇ ਜਿਹੜੇ ਹੌਸਲੇ ਉਹ ਬੁਲੰਦ ਹੈ। ਦੇਖੋ ਔਰ ਕਿੰਨੀ ਘਟੀਆ ਉਹਨਾਂ ਦੀ ਨੀਤੀ ਹੈ। ਮੇਰਾ ਜੀ, ਆਪਾਂ ਪਹਿਲਾਂ ਵੀ ਇੱਕ ਦਿਨ ਇਸ ਗੱਲ ਕੀਤੀ ਸੀ ਕਿ ਚਾਈਨਾ ਦੇ ਵਿੱਚ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਨਾਂ ਲੋਕਾਂ ਦੀ, ਰੋਂਦਿਆਂ ਦੀ, ਪਿੱਟਦਿਆਂ ਦੀ, ਕਿ ਸਾਡੇ ਜਵਾਨਾਂ ਦੇ ਨਾਲ ਬੇਕਦਰੀ ਹੋ ਰਹੀ ਆ। ਉਹ ਆਪਣੇ ਮੁਲਕ ਦੇ ਲਈ ਲੜੇ, ਮਰੇ ਜੀ, ਔਰ ਸਾਡੇ ਜਿਹੜੇ ਜਵਾਨ ਸ਼ਹੀਦ ਹੋਏ ਉਹਨਾਂ ਨੂੰ ਜਿਹੜਾ ਮਾਣ ਸਤਿਕਾਰ ਹਿੰਦੁਸਤਾਨ 'ਚ ਮਿਲ ਰਿਹਾ ਜੀ, ਬੜੀ ਮੰਦਭਾਗੀ ਘਟਨਾ, ਮੰਦਭਾਗੀ ਗੱਲ ਆ ਜਦੋਂ ਸਾਰਾ ਦੇਸ਼ ਅੱਜ ਚਾਈਨਾ ਦੇ ਖਿਲਾਫ ਖੜਾ। ਭਾਰਤ ਦਾ ਹਰ ਨਾਗਰਿਕ ਚਾਈਨਾ ਦੇ ਖਿਲਾਫ ਖੜਾ। ਵਰਲਡ ਦੇ ਮੋਸਟਲੀ ਦੇਸ਼ ਜਿਨ੍ਹਾਂ ਨੇ ਗਰੁੱਪ ਵੀ ਬਣਾ ਲਿਆ ਔਰ ਵੱਡੇ ਸਾਰੇ ਕੰਟਰੀ ਅੱਜ ਰਲ ਕੇ ਚਾਈਨਾ ਦੇ ਖਿਲਾਫ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਨੇ। ਉਸ ਵਕਤ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਜਿਹੜਾ ਸਵੇਰੇ ਬੀਜਿੰਗ ਦੇ ਅਖਬਾਰਾਂ 'ਚ ਛਪਦਾ, ਅਸੀਂ ਉਹਨੂੰ ਪੜ੍ਹ ਕੇ ਟਵੀਟ ਕਰਦੇ ਹਾਂ। ਭਾਰਤੀ ਜੀ 2 ਮਿੰਟ ਪਹਿਲਾਂ ਬੋਲ ਕੇ ਹਟੇ ਨੇ ਕਿ ਜਦੋਂ ਵੀ ਗੱਲ ਅੱਗੇ ਲੈ ਕੇ ਆਉਂਦੇ ਨੇ ਹਮੇਸ਼ਾ ਆਪਣੇ ਆਪ ਨੂੰ ਆਪ ਕਟਹਿਰੇ 'ਚ ਲੈ ਲੈਂਦੇ ਨੇ। ਅਸੀਂ ਜਦੋਂ ਸ਼ਬਦ ਬੋਲਦੇ ਹਾਂ ਕਿ ਹਰ ਭਾਰਤ ਦਾ ਹਰ ਇੱਕ ਨਾਗਰਿਕ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਆ ਚਾਈਨਾ ਦੇ ਖਿਲਾਫ, ਤਾਂ ਦੇਸ਼ ਪਿਆਰ ਦੀ ਗੱਲ ਦਾ ਮਤਲਬ ਤਾਂ ਇੱਥੇ ਪੋਲੀਟੀਕਲ ਜਦੋਂ ਪੋਲਿਟਿਕਸ ਵਾੜ ਲੈਂਦੇ ਨਾ ਅਸੀਂ, ਤੇ ਸਾਡਾ ਮਤਲਬ ਆ ਕਿ ਅਸੀਂ ਦੇਸ਼ ਦੇ ਖਿਲਾਫ ਬੋਲਣਾ, ਅਸੀਂ ਉਹਨਾਂ ਆਪਣੇ 20 ਜਵਾਨਾਂ ਦਾ ਮਾਨ ਸਤਿਕਾਰ ਨੂੰ ਘਟਾਣਾ,
ਅਸੀਂ ਉਹਨਾਂ ਤੇ ਯਕੀਨ ਨਹੀਂ ਕਰਨਾ। ਸਾਡੇ ਜਵਾਨ ਜਦੋਂ ਵੀਡੀਓ ਵਾਇਰਲ ਹੁੰਦੀਆਂ ਸੀ, ਸਾਡੇ ਜਵਾਨ ਇੰਨੇ ਸક્ષਮ ਨੇ ਵੀ ਉਹ ਦੋ ਚਾਈਨਾ ਦੇ ਸੈਨਿਕਾਂ ਨੂੰ ਸਾਡਾ ਇੱਕ ਜਵਾਨ ਕੱਛਾ 'ਚ ਲੈ ਕੇ ਚੱਕੀ ਜਾ ਰਿਹਾ ਸੀ ਅੱਗੇ ਨੂੰ। ਅਸੀਂ ਉਹ ਵੀ ਵੀਡੀਓ ਦੇਖੀਆਂ ਨੇ ਤੇ ਅਸੀਂ ਕਿਵੇਂ ਇਸ ਗੱਲ ਨੂੰ ਐਕਸੈਪਟ ਕਰ ਸਕਦੇ ਕਿ ਸਾਡੇ 20 ਜਵਾਨ ਸ਼ਹੀਦ ਹੋ ਰਹੇ ਨੇ ਤੇ ਉਹਨਾਂ ਨੇ ਉਹਦੇ ਬਦਲੇ 'ਚ ਕੁਝ ਨਹੀਂ ਕੀਤਾ ਹੋਏਗਾ। ਅਸੀਂ ਅੱਜ ਵੀ ਇਸੇ ਗੱਲ ਤੇ ਵੀ ਕਿੰਨੀ ਜਗ੍ਹਾ ਇੱਧਰ ਹੋ ਗਈ, ਕਿੰਨੀ ਉੱਧਰ ਹੋ ਗਈ, 45,000 ਕਿਲੋਮੀਟਰ ਵਰਗ ਕਿਲੋਮੀਟਰ ਨੂੰ ਅਸੀਂ ਭੁੱਲ ਗਏ, ਲੱਖ ਕਿਲੋਮੀਟਰ ਨੂੰ। ਲੇਕਿਨ ਅਸੀਂ ਅੱਜ ਉਹ ਇਸੇ ਜਵਾਬ ਕਿਹੜੇ ਮੰਗ ਰਹੇ ਆ ਕਿ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਕਦੋਂ ਸ਼ਾਮਲ ਹੋਏ, ਕਿੱਥੇ ਹੋਏ, ਸ਼ਮਲਾ ਕਿੱਥੇ ਹੋਇਆ, ਨਹੀਂ ਹੋਇਆ। ਸੋ ਦੇਖੋ ਅੱਜ ਹਿੰਦੁਸਤਾਨ ਦਾ ਪਾਰਟ ਔਰ ਚਾਈਨਾ ਦਾ ਪਾਰਟ ਆਪਣੇ ਵਰਿਸ਼ਿੰਦਿਆਂ ਦੇ ਪ੍ਰਤੀ ਕੈਸਾ, ਸਾਨੂੰ ਇਸ ਗੱਲ ਨੂੰ ਨਜ਼ਰ ਰੱਖਣਾ ਚਾਹੀਦਾ। ਆ ਸਮਾਂ ਨਹੀਂ ਸਾਨੂੰ ਕੋਈ ਪੋਲਿਟਿਕਸ ਦੇ ਵਿੱਚ ਪੈਣ ਦਾ, ਇਹ ਸਮਾਂ ਨਹੀਂ ਸਾਨੂੰ ਕਿਸੇ ਦੇ ਨੁਕਸ ਕੱਢਣ ਦਾ, ਇਹ ਸਮਾਂ ਬਈ ਇੱਕ ਬੁਲੰਦ ਆਵਾਜ਼ ਦੀ ਤਰ੍ਹਾਂ ਖੜੇ ਹੋਣ ਦਾ ਆਪਣੇ ਦੇਸ਼ ਦੇ ਨਾਲ, ਔਰ ਫਿਰ ਦੇਖੋ ਵੀ ਜਨਤਾ ਤੁਹਾਡੇ ਨਾਲ ਖੜੀ ਹੁੰਦੀ। ਚਲੋ ਮੈਂ ਭਾਰਤ ਜੀ ਕੀ ਕਹਿ ਰਹੇ ਤੁਸੀਂ, ਉਹ ਕਹਿੰਦੇ ਵੀ ਸਮਾਂ ਨਹੀਂ ਨੁਕਸ ਕੱਢਣਾ, ਤੁਸੀਂ ਨੁਕਸ ਕੱਢਦੇ ਹੋ ਜਾਂ ਆਗਮਤ ਕਰਾਉਂਦੇ ਹੋ, ਵਿਪਕਸ਼ ਦਾ ਰੋਲ ਨਿਭਾਉਂਦੇ ਹੋ, ਕੀ ਕਰਦੇ ਹੋ? ਦੇਖੋ ਇੱਦਾਂ ਹੈ ਵੀ ਜਦੋਂ ਇੱਕ ਕਲਾਸ ਦੇ ਵਿੱਚ ਬੱਚਿਆਂ ਨੂੰ ਸਕੂਲ ਮਾਸਟਰ ਪੜ੍ਹਾਉਂਦਾ ਹੈ ਨਾ, ਤੇ ਉਹ ਪੜ੍ਹਾਉਂਦਾ ਆਪਣੇ ਹਿਸਾਬ ਦੇ ਨਾਲ, ਹਰ ਇੱਕ ਬੱਚੇ ਨੂੰ ਸਮਝਦਾ ਜੀ। ਔਰ ਕਈ ਬੱਚੇ ਜਿਹੜੇ ਹੈ ਉਹਨਾਂ ਦੀ ਸਮਝ 'ਚ ਨਹੀਂ ਆਉਂਦਾ, ਉਹਨਾਂ ਨੂੰ ਕਈ ਵਾਰੀ ਘੂਰਦਾ ਵੀ ਹੈ। ਹਾਲਾਂਕਿ ਸਕੂਲ ਟੀਚਰ ਜਿਹੜਾ ਹੈ, ਉਹਨਾਂ ਦਾ ਅਧਿਆਪਕ, ਉਹਨਾਂ ਦਾ ਗੁਰੂ, ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਸਮਝਾ ਰਿਹਾ, ਲੇਕਿਨ ਉਹ ਇਹ ਮਹਿਸੂਸ ਕਰਦੇ ਆ ਵੀ ਸਾਨੂੰ ਇਹਨੇ ਘੂਰਿਆ, ਸਾਨੂੰ ਇਹਨੇ ਕੋਈ ਉੱਚੀ ਆਵਾਜ਼ 'ਚ ਲਫ਼ਜ਼ ਕਿਹਾ, ਇਹ ਸ਼ਾਇਦ ਸਾਡੇ ਖਿਲਾਫ ਹੈ। ਇਹ ਮੈਂ ਸਮਝਦਾ ਵੀ ਇਹ ਵੀ ਇੱਕ ਹਲਕੀ ਸੋਚ ਹੈ ਵੀ ਜੇ ਅਸੀਂ ਕੋਈ ਗੱਲ ਉਹਨਾਂ ਨੂੰ ਅਗਾਹ ਕਰਨ ਲਈ ਕਹੀ ਹੈ, ਜੇ ਕੋਈ ਗੱਲ ਅਲਰਟ ਕਰਨ ਲਈ ਕਹੀ ਹੈ, ਤਾਂ ਇਹ ਸੋਚਿਆ ਜਾਂਦਾ ਵੀ ਸ਼ਾਇਦ ਇਹ ਸਾਡੀ ਸ਼ਾਨ ਦੇ ਖਿਲਾਫ ਬੋਲੇ। ਸਾਡੀ ਫੌਜ, ਜਿਵੇਂ ਹੁਣੇ ਕਰਨ ਜੀ ਨੇ ਕਿਹਾ ਸੀ ਕਿ ਸਾਡੀ ਫੌਜ ਦਾ ਮਨੋਬਲ ਵਧਿਆ ਉਹਨਾਂ ਦੇ ਜਾਣ ਨਾਲ, ਸਾਡੀ ਫੌਜ ਦਾ ਮਨੋਬਲ ਤਾਂ ਕਿਤੇ ਹਲਕਾ ਪਿਆ ਹੀ ਨਹੀਂ। ਜਦੋਂ ਹੀ ਸਾਡੇ 20 ਜਵਾਨ ਸ਼ਹੀਦ ਹੋਏ, ਹੁਣੇ ਇਹ ਦੱਸ ਕੇ ਹਟੇ ਨੇ ਕਿ ਉਹਨਾਂ ਨੇ ਪੂਰੇ ਜ਼ੋਰ ਨਾਲ, ਇਹ ਨਹੀਂ ਹੈਗਾ ਵੀ 20 ਜਵਾਨ ਜੇ ਸਾਡੇ ਸ਼ਹੀਦ ਹੋ ਗਏ ਤਾਂ ਸਾਡਾ ਕੋਈ ਮੋਰਲ ਡਾਊਨ ਹੋਇਆ, ਬਿਲਕੁਲ ਇਹ ਗੱਲ ਸੋਚਣੀ ਵੀ ਨਹੀਂ ਚਾਹੀਦੀ ਸਾਨੂੰ, ਬਲਕਿ ਮੋਰਲ ਅਪ ਹੋਇਆ ਔਰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਉਹਨਾਂ ਦੇ ਉੱਪਰ ਉਹ ਤਾਂ ਹੱਲੇ ਕਿ ਛੁਪਾ ਕੇ ਆਪਣੇ ਹਥਿਆਰ ਲੈ ਕੇ ਆਏ ਸੀ। ਇਹਨਾਂ ਨੇ ਬਿਨਾਂ ਹਥਿਆਰਾਂ ਦੇ ਉਹ ਬੰਦੇ, ਉਹਨਾਂ ਦੇ ਜਿਹੜੇ ਸੀ, ਉਹ ਆਪਣਾ ਮੋਰਲ ਇਹ ਦੱਸਦੇ ਹੋਏ ਵੀ ਸਾਡਾ ਮੋਰਲ ਉਹਨਾਂ ਨਾਲੋਂ ਉੱਚਾ ਹੈ, ਸਾਡੀ ਫੌਜ ਦਲੇਰ ਤੇ ਬਹਾਦਰ ਹੈ। ਨਹੀਂ, ਉਹਨਾਂ ਨੇ ਤਿਆਰੀ ਕੀਤੀ ਸੀ ਸਪੈਸ਼ਲ, ਜਿਹੜੇ ਉਹਨਾਂ ਨੇ ਕਮਾਂਡੋ ਆਪਣੇ ਦੇ ਅੱਗੇ, ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ। ਮੈਂ ਜਿੱਥੇ ਤੱਕ ਸਾਡੀ ਫੌਜ ਦਾ ਸਵਾਲ ਹੈ, ਮੈਂ ਇਹ ਗੱਲ ਇੱਥੇ ਕਹਿਣੀ ਚਾਹਨਾ ਵੀ जिस सरहद की निगहबान है आंखें, उस सरहद को कोई छू नहीं सकता। ਅਸੀਂ ਮਾਣ ਕਰ ਸਕਦੇ ਹਾਂ ਆਪਣੀ ਮਿਲਟਰੀ ਦਾ, ਆਪਣੀ ਫੌਜ ਦਾ। ਇੱਥੇ ਕੋਈ ਪੋਲਿਟਿਕਸ ਨਹੀਂ। ਜਿਸ ਵਕਤ ਬੀਜੇਪੀ ਕੋਲ ਕੋਈ ਕਹਿਣ ਨੂੰ ਹੁੰਦਾ ਨਹੀਂ, ਉਹ ਕਹਿੰਦੇ ਨੇ ਸਾਡੇ ਨਾਲ ਪੋਲਿਟਿਕਸ ਕਰ ਰਹੇ ਨੇ। ਜਦੋਂ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ, ਇਹ ਕਹਿੰਦੇ ਨੇ ਸਾਡੇ ਨਾਲ ਚਲਾਕੀ ਕਰ ਰਹੇ ਨੇ, ਇਹ ਰਾਜਨੀਤੀ ਕਰ ਰਹੇ ਨੇ। ਬਿਲਕੁਲ ਰਾਜਨੀਤੀ ਨਹੀਂ ਹੈ। ਜਿੱਥੇ ਦੇਸ਼ ਦਾ ਸਵਾਲ ਹੈ, ਅਸੀਂ ਬੀਜੇਪੀ ਨਾਲੋਂ ਅੱਗੇ ਖੜਾਂਗੇ। ਜੇ ਗੋਲੀ ਚੱਲੇਗੀ ਪਹਿਲਾਂ ਸਾਡੀ ਛਾਤੀ ਚੋਂ ਲੰਘੇਗੀ, ਫਿਰ ਬੀजेपी वाले लंघेगी, क्योंकि आजादी च भी इदा ही होया। जो आजादी लीती है तो कांग्रेसियां ने गोलियां खादियां, बीजेपी वाले घर ही बैठे सी। उदों आरएसएस या जनसंघ हुंदी सी, बीजेपी नहीं सी हुंदी। इस करके बीजेपी तो हमेशा दब्बू रही है। इन्हां ने घर बह के अपनी पॉलिसियां बनाईयां ने। अज सानू दसदे ने। असीं डट के खड़े हां, असीं डट के खड़े हां चाइना के खिलाफ, और बिल्कुल खड़ांगे। चाइना हमेशा मुर्दाबाद है, मुर्दाबाद ही रहेगा। हिंदुस्तान जिंदाबाद है, हिंदुस्तान जिंदाबाद रहेगा। हाँ जी, करण जी बैठे। करण, मैं ये कहना जिस तरीके ਨਾਲ ਇਹਨਾਂ ਨੇ ਕਹਿ ਰਿਹਾ ਵਾਕਈ ਇਹ ਵਿਪਕਸ਼ ਦਾ ਰੋਲ ਬਣਦਾ ਭਈ, ਜਿਸ ਤਰੀਕੇ ਨਾਲ ਇਸ ਵੇਲੇ ਆਗਵਤ ਕਰਾਣਾ, ਔਰ ਇਹ ਪੋਲਿਟਿਕਸ ਸਮਝੀ ਜਾਏ ਕਿ ਨਹੀਂ, ਜਿੱਦਾਂ ਉਹਨਾਂ ਭਾਰਤ ਜੀ ਕਹਿੰਦਾ ਮੈਨੂੰ ਪੋਲਿਟਿਕਸ ਨਾ ਸਮਝੀ ਜਾਏ। ਇਹ ਇੱਕ ਜਿਹਨੂੰ ਕਹਿੰਦੇ ਆ ਆਗਵਤ ਕਰਾਣਾ ਹੁੰਦਾ। ਜਦੋਂ ਦੇਸ਼ ਦਾ ਸਵਾਲ ਆਵੇ ਨਾ ਜੀ, ਉਦੋਂ ਕੋਈ ਪਾਰਟੀ ਨਹੀਂ, ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਜੀ। ਦੇਸ਼ ਦੇ ਸਵਾਲ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜਦੋਂ ਇੱਕ ਪ੍ਰਾਈਮ ਮਿਨਿਸਟਰ, ਇੱਕ ਨਾ ਸੀਟ ਐਸੀ ਹੈ ਜਿਹੜੀ ਤੁਹਾਡੇ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਤੁਸੀਂ ਜੇ ਉਹਨੂੰ ਹੀ ਕਿੰਤੂ ਪਰੰਤੂ ਕਰੋਗੇ
ਔਰ ਆਰਮੀ ਉੱਤੇ ਸਵਾਲ ਉਠਾਓਗੇ, ਆਰਮੀ ਨੂੰ ਕਹੋਗੇ ਵੀ ਦੱਸੋ ਜੀ ਸਾਡੇ ਜਵਾਨ ਕਿੱਦਾਂ ਮਰੇ ਜੀ, ਬਗੈਰ ਹਥਿਆਰ ਕਿਉਂ ਗਏ ਸੀ? ਨਹੀਂ, ਉਹਨਾਂ ਨੇ ਇਹ ਗੱਲ ਪੁੱਛੀ ਆ। ਦੇਖੋ ਇੱਕ ਗੱਲ ਤਾਂ ਪ੍ਰਸ਼ਨ ਸਾਰਾ ਦੇਸ਼ ਇਹ ਤਾਂ ਸਵਾਲ ਹੀ ਨਹੀਂ ਕੀਤਾ ਕਰਨ ਕਿਸੇ ਨੇ, ਇਹ ਤਾਂ ਐਗਰੀਮੈਂਟ ਸੀਗਾ ਵੀ ਆਪਾਂ ਹਥਿਆਰ ਨਹੀਂ ਚੱਕਣੇ। ਮੈਂ ਇੱਕ ਕੀਤਾ ਦੇਖੋ, ਪਹਿਲਾਂ ਮੇਰੀ ਗੱਲ ਪੂਰੀ ਹੋਣ ਦਿਓ ਜੀ, ਇੱਕ ਮਿੰਟ ਸਰ, ਇੱਕ ਮਿੰਟ। ਦੇਖੋ ਜਿਹੜਾ ਇਹ ਸੈਨਿਕ ਹੈ ਨਾ, ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ, ਉਹ ਦੇਸ਼ ਲਈ ਲੜਦਾ। ਬਿਲਕੁਲ। ਮੈਂ ਤੁਹਾਨੂੰ ਇੱਕ ਬੜੇ ਗਰਵ ਨਾਲ ਗੱਲ ਕਹਾਂਗਾ, ਮੈਨੂੰ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ ਦਿਖਾ ਦਿਓ ਜਿਹਦਾ ਕੋਈ ਫੈਮਿਲੀ ਮੈਂਬਰ, ਜਿਹਦਾ ਕੋਈ ਭਰਾ ਭੈਣ ਫੌਜ 'ਚ ਹੋਵੇ। ਕਿਉਂ ਇਹ ਸਿਰਫ ਪੋਲਿਟਿਕਸ ਕਰਨ ਨੂੰ ਬੈਠੇ ਆ। ਜਿਹੜਾ ਫੌਜੀ ਜਿਹਦਾ ਪਰਿਵਾਰ ਹੈ ਨਾ, ਉਹਨੂੰ ਪੁੱਛੋ ਫੌਜੀ ਬਾਰੇ ਕੀ ਹੁੰਦਾ। ਉਹ ਮੇਰੇ ਵੱਡੇ ਬ੍ਰਦਰ ਵੀ ਕਰਦੇ, ਮੈਨੂੰ ਬੜਾ ਦੱਸਦੇ ਵੀ ਆਰਮੀ ਫੈਮਿਲੀ ਕਰਦਾ। ਮੈਨੂੰ ਬੜਾ ਗਰਵ ਹੈ ਆਪਣੇ ਸਾਰੇ ਫੌਜੀਆਂ ਤੇ ਜ਼ਿਆਦਾ ਗਰਵ ਹੈ ਮਾਨਸੇ ਦੇ ਬੰਦੇ ਤੇ। ਜਿਹੜਾ ਮਾਨਸੇ ਦਾ ਫੌਜੀ ਹੈ, ਤੁਹਾਨੂੰ ਪਤਾ ਉਹਦੇ ਇੱਕ ਬੰਦੇ ਨੇ 12 ਬੰਦੇ ਮਾਰੇ ਇਕੱਲੇ, 12 ਬੰਦੇ। ਉਹਨੂੰ ਵੀ ਚੱਕਰ ਮਿਲਣਾ ਚਾਹੀਦਾ, ਮਿਲੇਗਾ ਵੀ। ਸਾਨੂੰ ਇਸ ਬੰਦੇ ਦਾ ਗਰਵ ਹੋਣਾ ਚਾਹੀਦਾ। ਵੈਰੀ ਗੁੱਡ, ਵੈਰੀ ਗੁੱਡ। ਸਾਨੂੰ ਇਹ ਨਹੀਂ ਕਰਨਾ ਚਾਹੀਦਾ ਵੀ ਉਹਨੇ ਕਿਤੇ ਇਕੱਲੇ ਗਏ ਸੀ। ਸਾਨੂੰ ਸਭ ਨੂੰ ਪਤਾ ਹੈ, ਦੇਖੋ ਸਾਰੀ ਪਾਰਟੀ ਨੂੰ ਪਤਾ, ਸਮਝੌਤਾ ਹੋਇਆ ਹੋਇਆ ਕਿ ਉੱਥੇ ਹਥਿਆਰ ਨਹੀਂ ਲੈ ਕੇ ਜਾ ਸਕਦੇ। ਉਹ ਚੀਨ ਜਿਹੜੇ ਹੈਗੇ ਨੇ ਅੱਗੇ ਵੀ ਧੋਖਾ ਦਿੰਦਾ ਰਿਹਾ, ਹੁਣ ਵੀ ਧੋਖਾ ਦਿੱਤਾ। ਉਹਨਾਂ ਨੇ ਧੋਖਾ ਦਿੱਤਾ ਤਾਂ ਉਹਦੇ ਬੰਦੇ ਜ਼ਿਆਦਾ ਹੀ ਮਾਰੇ ਅਸੀਂ। ਠੀਕ ਹੈ, ਲੜਾਈ ਹੱਥੋਂ ਪਾਈ ਹੋਈ ਹੈ, ਸਾਡੇ ਜਵਾਨਾਂ ਨੇ, ਸਿੱਖ ਰੈਜੀਮੈਂਟ ਨੇ ਬੜਾ ਜਾ ਕੇ ਉੱਥੇ ਉਹਨਾਂ ਨੇ ਮੁਕਾਬਲਾ ਕੀਤਾ। ਸਾਨੂੰ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ, ਨਾ ਕਿ ਇਹ ਗੱਲਾਂ ਕਰਕੇ ਕਿ ਉਹ ਕਿਉਂ ਗਏ ਜੀ, ਹਥਿਆਰ ਤੋਂ ਬਗੈਰ ਕਿਉਂ ਗਏ ਜੀ, ਦੱਸੋ ਜੀ ਕਿੱਥੇ ਜੀ ਤੁਹਾਡੀ, ਸਾਡੇ ਕਿੱਥੇ ਉਹ ਕਬਜ਼ਾ ਹੋਇਆ ਨਹੀਂ ਹੋਇਆ। ਇਹ ਆਰਮੀ ਦਾ ਮੈਟਰ ਹੈ, ਅਸੀਂ ਉਹਨੂੰ ਜਿੰਨਾ ਛਾਲਾਂਗੇ। ਤੁਸੀਂ ਯਕੀਨ ਚਲੋ ਕਬਜ਼ਾ ਤਾਂ ਹੋਇਆ, ਹਜੇ ਵੀ ਕਹਿੰਦੇ ਉਹਦੇ ਕੋਲ ਹੀ ਆ। ਪਾਕਿਸਤਾਨ ਔਰ ਚਾਈਨਾ ਇਹਨੂੰ ਸਾਡੇ ਹੀ ਬੰਦਿਆਂ ਦੇ ਬਿਆਨ ਲੈ ਕੇ ਉਹ ਉੱਥੇ ਦਿਖਾਉਂਦਾ ਹੈ ਕਿ ਦੇਖੋ ਜੀ ਇੰਡੀਆ ਦੇ ਵਿੱਚ ਐਦਾਂ ਕਿਹਾ ਜਾ ਰਿਹਾ ਜੀ, ਇੰਡੀਆ ਦੇ ਵਿੱਚ ਐਦਾਂ ਆਪੋਜੀਸ਼ਨ ਪਾਰਟੀ ਕਹਿ ਰਹੀ ਹੈ ਜੀ। ਉਹ ਸਾਡਾ ਨੁਕਸਾਨ ਹੈ, ਵਰਲਡ ਓਵਰ ਵੀ ਸਾਡਾ ਨੁਕਸਾਨ। ਚਲੋ ਹੁਣ ਜਿੱਦਾਂ ਅਸੀਂ ਜਿੱਦਾਂ ਪੋਲਿਟਿਕਸ ਨਹੀਂ ਕਰਨੀ ਚਾਹੀਦੀ, ਦੇਸ਼ ਦੇ ਸੈਨਿਕ ਨਾਲ। ਜਿੱਦਾਂ ਐਪ ਸਾਡੇ 59 ਐਪਸ ਬੰਦ ਕਰ ਦਿੱਤੀਆਂ, ਇਹ ਦੇਖੋ 59 ਐਪਸ ਬੰਦ ਹੋ ਗਏ, ਤੇ ਉਹਨਾਂ ਦੇ ਵਿਰੋਧ ਦੇ ਵਿੱਚ ਲੋਕੀ ਫੇਸਬੁੱਕ ਤੇ ਪਾ ਰਹੇ ਆ ਕਿਉਂ ਹੋ ਗਿਆ ਜੀ, ਮੋਦੀ ਜੀ ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਐਪਸ ਬੰਦ ਹੋ ਜਾਣਗੇ ਤੇ ਚਾਈਨਾ ਨੇ ਵੀ, ਜਿਹੜੀ ਤੁਹਾਡੀ ਗੱਲ ਤੇ ਆ ਰਿਹਾ, ਚਾਈਨਾ ਨੇ ਵੀ ਤੁਹਾਡੀ ਜਿਹੜੀ ਮੀਡੀਆ ਦੀ ਵੈਬਸਾਈਟਸ ਵਗੈਰਾ ਸਾਰੀਆਂ ਬਲੌਕ ਕਰ ਦਿੱਤੀਆਂ। ਉਹ ਵੀ ਹੁਣ ਉਹਨਾਂ ਨੇ ਵੀ ਤੁਹਾਡੇ ਬੰਦ ਕਰਤਾ। ਤੇ ਮੈਂ ਇੱਕ ਮਿੰਟ, ਹਾਂਜੀ ਤੁਸੀਂ ਦੱਸਣਾ ਚਾਹੁੰਦੇ ਰਣੀਸ਼ ਜੀ, ਉਹਦੇ ਵਿੱਚ ਇਹ ਵੀ ਇੱਕ ਸਵਾਲ ਹੈ ਵਿਪਕਸ਼ ਵੱਲੋਂ ਵੀ ਜਿਹੜਾ ਪ੍ਰਧਾਨ ਮੰਤਰੀ ਨੇ ਵੀ ਸਾਡੇ ਜਵਾਨ ਸ਼ਹੀਦ ਹੋਏ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਤੁਹਾਨੂੰ ਖੁੱਲੀ ਛੁੱਟੀ ਆ। ਹਾਲਾਂਕਿ 500 ਕਰੋੜ ਰੁਪਏ ਦਾ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਵੀ ਤੁਸੀਂ ਐਮਰਜੈਂਸੀ ਜੋ ਮਰਜ਼ੀ ਖਰੀਦ ਸਕਦੇ ਹੋ। ਉਹ ਲੋਕੀ ਇਹ ਕਹਿ ਰਹੇ ਨੇ, ਵਿਪਕਸ਼ ਵੀ ਕਹਿ ਰਿਹਾ ਵੀ ਇਹ ਕਾਫੀ ਦਿਨਾਂ ਤੋਂ ਕੰਮ ਚੱਲ ਰਿਹਾ ਸੀ, ਪਿੱਛੇ ਜੇ ਵੀ ਪੱਥਰਬਾਜ਼ੀ ਹੋਈ, 100 ਜਵਾਨ ਆਪਸ 'ਚ ਫੱਟੜ ਵੀ ਹੋਏ, ਉਦੋਂ ਕਿਉਂ ਨਹੀਂ ਖੁੱਲ੍ਹ ਦਿੱਤੀ? ਵੀ ਇਹ ਜਦੋਂ ਕੰਮ ਹੋ ਗਿਆ ਉਦੋਂ ਖੋਲ ਦਿੱਤੀ। ਇਹ ਵੀ ਇੱਕ ਸਵਾਲ ਜਿਹੜਾ ਹੈ ਬੀਜੇਪੀ ਤੇ ਕੇਂਦਰ ਸਰਕਾਰ ਤੇ ਉਹਨਾਂ ਨੇ ਰੱਖਿਆ, ਵਿਪਕਸ਼ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੇ ਬਾਕੀ ਭਾਰਤੀ ਦਾ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਦੇ ਦਿਓ। ਪ੍ਰਧਾਨ ਮੰਤਰੀ ਜੀ ਨੇ ਅੱਜ ਵੀ ਇਹ ਗੱਲ ਕਹੀ ਵੀ ਅਸੀਂ ਜਿਹੜਾ ਬਾਰਡਰ ਦੇ ਏਰੀਏ ਤੇ ਫੌਜ ਦੇ ਜਿਹੜੇ ਖਰਚੇ ਆ ਉਹਨਾਂ ਨੂੰ 3 ਗੁਣਾ ਅਸੀਂ ਮਨਜ਼ੂਰੀ ਦੇ ਦਿੱਤੀ, ਵੀ 3 ਗੁਣਾ ਜ਼ਿਆਦਾ ਉੱਥੇ ਖਰਚ ਹੋਏਗਾ ਡਿਫੈਂਸ ਦੇ ਮਾਮਲੇ 'ਚ ਜੀ। ਔਰ ਵਿਸ਼ੇਸ਼ ਤੌਰ ਤੇ 500 ਕਰੋੜ ਰੁਪਏ ਦਾ ਪੈਕੇਜ ਵੀ ਦਿੱਤਾ। ਔਰ ਉੱਥੇ ਦਾ ਜਿੰਨਾ ਇੰਫਰਾਸਟ੍ਰਕਚਰ ਆ, ਅਸੀਂ ਬਾਰ-ਬਾਰ ਗੱਲ ਕਰਦੇ ਆ, ਉੱਥੇ ਆ ਕੇ ਰੁਕ ਜਾਂਦੇ ਆ। ਬੇਸ਼ੱਕ ਕਿਸੇ ਸਮੇਂ ਸ਼ੁਰੂ ਹੋਇਆ, ਲੇਕਿਨ ਉਹਨੂੰ ਅਗਰ ਗਤੀ ਮਿਲੀ ਤਾਂ ਪਿਛਲੇ ਜਿਹੜੇ 6 ਸਾਲਾਂ ਦੇ ਵਿੱਚ ਉਹਨੂੰ ਇੱਕਦਮ ਵਧੀਆ ਢੰਗ ਦੇ ਨਾਲ ਡਿਵੈਲਪ ਕੀਤਾ। ਇਹ ਜਿਹੜੀਆਂ ਗੱਲਾਂ ਨੇ ਨਾ, ਇਹਨਾਂ ਗੱਲਾਂ ਨੂੰ ਅਸੀਂ ਝੁਠਲਾ ਨਹੀਂ ਸਕਦੇ। ਗੱਲ ਬਾਰ-ਬਾਰ ਇੱਕ ਆ ਜਾਂਦੀ ਸੀ ਵੀ ਸਾਡੇ 20 ਜਵਾਨ ਸ਼ਹੀਦ ਹੋਏ ਨੇ, ਲੇਕਿਨ ਚਾਈਨਾ ਦੀ ਮੀਡੀਆ ਕਹਿੰਦੀ, ਚਾਈਨਾ ਦੀ ਸਰਕਾਰ ਨੇ ਨਹੀਂ ਮੰਨਿਆ ਕਿ ਸਾਡੇ ਹੋਏ। ਤਾਂ ਸਾਡੇ ਜਿਹੜਾ ਵਿਪਕਸ਼ ਆ, ਸਿਰ ਮੱਥੇ ਤੇ ਆ, ਓਪੋਜੀਸ਼ਨ ਡੈਮੋਕ੍ਰੇਸੀ ਦਾ ਇੱਕ ਬਹੁਤ ਮਜ਼ਬੂਤ ਸਤੰਭ ਆ, ਲੇਕਿਨ ਉਹਨੂੰ ਯਕੀਨ ਆਪਣੇ ਫੌਜੀਆਂ ਤੇ ਕਰਨਾ, ਆਪਣੇ ਜਵਾਨਾਂ ਤੇ ਕਰਨਾ, ਜਾਂ ਚਾਈਨਾ ਦੀ ਮੀਡੀਆ ਤੇ ਕਰਨਾ। ਜੋ ਬੀਜਿੰਗ ਦੀਆਂ ਅਖਬਾਰਾਂ ਸਵੇਰੇ ਛਾਪਣਗੀਆਂ ਵੀ ਉੱਥੇ ਦਾ ਕੋਈ ਬੰਦਾ ਮਰਿਆ ਨਹੀਂ, ਤੇ ਅਸੀਂ ਉਹ ਤੇ ਯਕੀਨ ਕਰਕੇ ਸਵਾਲ ਆਪਣੇ ਪ੍ਰਧਾਨ ਮੰਤਰੀ ਤੇ ਕਰਾਂਗੇ, ਤਾਂ ਇਹ ਓਪੋਜੀਸ਼ਨ ਦੀ ਭੂਮਿਕਾ ਨਹੀਂ ਹੈ ਜੀ। ਇਹ ਅਸੀਂ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਅੱਜ ਵੀ ਫਟੇ ਆ, ਅਸੀਂ ਅੱਜ ਵੀ ਆਪਣੀ ਪ੍ਰਧਾਨ ਮੰਤਰੀ ਦੀ ਗੱਲ ਨੂੰ ਮੋੜ ਕੇ, ਆਪਣੇ ਫੌਜੀ ਜਵਾਨਾਂ ਦੀ ਗੱਲ ਨੂੰ ਮੋੜ ਕੇ ਅਸੀਂ ਚਾਈਨਾ ਦੀ ਨੂੰ ਐਪਰੀਸ਼ੀਏਟ ਕਰ ਰਹੇ ਕਿ ਚਾਈਨਾ ਦੇ ਜਵਾਨ ਜ਼ਿਆਦਾ ਤਕੜੇ ਸੀ, ਉਹ ਸਾਡੇ ਜਵਾਨਾਂ ਨੂੰ ਮਾਰ ਗਏ। ਚਲੋ ਮੈਂ ਕਹਦਾ, ਹਾਂਜੀ ਕੀ ਕਹਿਣਾ ਚਾਹੋਗੇ? ਇਹ ਬਹੁਤ ਵੱਡੀ ਗੱਲ ਕਹਿਤੀ ਉਹਨਾਂ ਨੇ। ਹਾਂਜੀ, ਮੇਰਾ ਸਵਾਲ ਇਸ ਤਰ੍ਹਾਂ ਹੈ ਕਿ ਮੈਂ ਤਾਂ ਪਹਿਲਾਂ ਹੀ ਗੱਲ ਇਹ ਕਲੀਅਰ ਕਰ ਚੁੱਕਿਆ ਕਿ ਬਈ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਹੁਣੇ ਹੀ ਕਰਨ ਜੀ ਨੇ ਕਿਹਾ ਸੀ ਵੀ ਕੋਈ ਲੀਡਰ ਦੱਸਣ ਵੀ ਇਹਨਾਂ ਦਾ ਕੌਣ ਮਿਲਟਰੀ 'ਚ ਹੈ।
ਇੱਥੇ ਮੈਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਕਿ 1971 ਦੀ ਜੰਗ ਤੱਕ ਜਦੋਂ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਉਦੋਂ ਫੌਜ ਵਿੱਚੋਂ ਆ ਚੁੱਕੇ ਸੀ। ਲੇਕਿਨ 1971 ਦੀ ਜੰਗ ਤੇ ਰਾਸ਼ਟਰਪਤੀ ਨੂੰ ਇਮੀਡੀਏਟਲੀ ਇਹਨਾਂ ਨੇ ਅਪਲਾਈ ਕੀਤਾ ਕਿ ਮੈਂ ਫਰੰਟ ਤੇ ਜਾਣਾ ਚਾਹੁੰਦਾ ਜੀ, ਬੀਇੰਗ ਮਿਲਟਰੀ ਮੈਨ। ਜੀ ਜੀ, ਕਿਉਂਕਿ ਜਿਹੜਾ ਬੰਦਾ ਆ ਜਾਏ ਉਹਨੂੰ ਸਿਰਫ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਸਿਰਫ ਰਾਸ਼ਟਰਪਤੀ ਹੀ ਪਰਮਿਟ ਕਰ ਸਕਦਾ। ਤਾਂ ਉਹਨਾਂ ਨੇ ਰਾਸ਼ਟਰਪਤੀ ਜੀ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਔਰ ਉਹ ਇਮੀਡੀਏਟਲੀ ਉਹਨਾਂ ਨੇ ਮਿਲਟਰੀ ਜੁਆਇਨ ਕੀਤੀ ਔਰ ਫੋਰਸ ਜੁਆਇਨ ਕਰਕੇ ਖੇਮਕਰਨ ਸੈਕਟਰ ਤੇ ਪਾਕਿਸਤਾਨ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਔਰ ਉਹਨਾਂ ਦੇ ਦੰਦ ਖੱਟੇ ਕੀਤੇ। ਔਰ ਆਪਾਂ ਬਿਨਾ ਸੋਚੇ ਸਮਝੇ ਹੀ ਇਹ ਐਲੀਗੇਸ਼ਨ ਲਾਣੇ ਸ਼ੁਰੂ ਕਰ ਦਈਏ ਵੀ ਇਹਨਾਂ ਲੀਡਰਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ। ਮੇਰਾ ਮਤਲਬ ਇਹ ਹੈ ਦੂਜੀ ਗੱਲ ਇਹ ਹੈ, ਇੱਕ ਨਹੀਂ ਸਵਾਲ ਪਰਸੈਂਟੇਜ ਦਾ ਨਹੀਂ ਹੈ, ਰਾਜਨੀਤਿਕ ਇੱਕ ਸਾਡੇ ਸਾਰੀ ਦੁਨੀਆ ਬਈ ਇੱਕ ਸਾਡੇ ਆਰਮੀ ਲਈ ਰਾਜਨੀਤੀ ਨਹੀਂ ਪਈ। ਇੱਕ ਕੈਪਟਨ ਸਾਹਿਬ ਨੂੰ ਸਲੂਟ ਕਰਦਾ ਕਿ ਉਹ ਗਏ ਸੀ। ਇੱਕ ਜਨਰਲ ਸੈਕਟਰੀ ਸੀਗੇ AICC ਦੇ, ਸ਼ਾਇਦ ਉਹਨਾਂ ਦਾ ਨਾਮ ਕ੍ਰਿਸ਼ਨ ਕਾਂਤ ਸੀ, ਕ੍ਰਿਸ਼ਨ ਕਾਂਤ ਸੀ। ਉਹ ਵੀ ਇਸੇ ਤਰ੍ਹਾਂ ਹੀ ਉਹ ਵੀ ਇਸੇ ਤਰ੍ਹਾਂ ਹੀ 65 ਦੀ ਜੰਗ ਵਿੱਚ ਜਾਂ 71 ਦੀ ਜੰਗ 'ਚ ਉਹ ਵੀ ਗਏ ਸੀ। ਔਰ ਇਸ ਤਰ੍ਹਾਂ ਦੇਖੋ ਲਾਸਟ ਸਵਾਲ ਹੁਣ ਸਮਾਂ ਘੱਟ ਜਿੰਨੇ ਵੀ ਹਾਂਜੀ ਲਾਸਟ ਤੋਂ ਆਪਾਂ ਤਿੰਨਾਂ ਨੂੰ ਛੋਟਾ ਜਿਹਾ ਕੁਐਸਚਨ, ਜ਼ਿਆਦਾ ਨਹੀਂ, ਮੇਰੇ ਕੋਲ 1 ਮਿੰਟ ਦਾ ਸਮਾਂ ਹੈ, ਆਪਾਂ ਥੋੜਾ ਟਾਈਮ ਦੇਣਾ। ਇਸ ਦੌਰੇ ਨੂੰ, ਪ੍ਰਧਾਨ ਮੰਤਰੀ ਦੇ ਦੌਰੇ ਨੂੰ, ਕੀ ਤੁਸੀਂ ਕੋਈ ਵੱਡੀ ਕਾਰਵਾਈ ਦੀ ਅਪੇक्षा ਮੰਨ ਸਕਦੇ ਹੋ ਕਿ ਹੁਣ ਆਉਣ ਵਾਲੇ ਸਮੇਂ 'ਚ ਕੋਈ ਅਪੇक्षा ਹੋ ਸਕਦੀ ਹੈ? ਆਪਾਂ ਸਭ ਦਾ ਆਪਣੀ ਆਪਣੀ ਰਾਏ। ਦੇਖੋ ਇਹ ਤਾਂ ਹਾਂਜੀ ਕਰਨ ਕਬੂਲ ਦੇਖੋ ਇਦਾਂ ਹੈ, ਨੋ ਡਾਊਟ ਕਿ ਪ੍ਰਧਾਨ ਮੰਤਰੀ ਦੇ ਜਾਣ ਨਾਲ ਆਰਮੀ ਦਾ ਬੜਾ ਬੂਸਟਅਪ ਹੋਇਆ। ਇਸ ਤੋਂ ਇਲਾਵਾ ਜਿਹੜਾ ਫੋਰਨ ਦੇ ਕੰਟਰੀਆਂ ਹੈਗੀਆਂ ਉਹਨਾਂ ਨੂੰ ਵੀ ਪਤਾ ਲੱਗਾ ਵੀ ਪ੍ਰਧਾਨ ਮੰਤਰੀ ਦੀ ਸ਼ਖਸੀਅਤ ਐਸੀ ਬਣ ਚੁੱਕੀ ਹੈ ਕਿ ਉਹ ਅਗਰੈਸਿਵ ਨੇ। ਕਾਰਵਾਈ ਦੀ ਗੱਲ ਕਰ ਰਹੇ ਕਾਰਵਾਈ ਜਿੱਥੋਂ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਸੀ ਇੱਥੇ ਪੁਲਵਾਮਾ ਦਾ ਹੋਇਆ ਸੀ, ਸਾਰੇ ਕਹਿੰਦੇ ਸੀ ਕੁਝ ਨਹੀਂ ਹੋਣਾ ਜੀ, ਇਹ ਹੋਣਾ, ਲੇਕਿਨ ਉਹ ਉਸ ਤੋਂ ਬਾਅਦ ਪਤਾ ਲੱਗਾ ਕਿ ਸਵੇਰੇ ਪਤਾ ਲੱਗਾ ਵੀ ਸਾਡੀ ਆਰਮੀ ਨੇ ਜਾ ਕੇ ਉੱਥੇ ਅਟੈਕ ਕਰਤਾ। ਸਰਜੀਕਲ, ਹਾਂਜੀ। ਉਹ ਸਾਡੀ ਦੇਸ਼ ਜਿਹੜੀ ਪਹਿਲੀ ਆਰਮੀ ਸੀ ਹੁਣ ਨਹੀਂ ਰਹੀ, ਹੁਣ ਪੋਲੀਟੀਕਲ ਸਿਨੈਰੀਓ ਵੀ ਬਦਲੇ ਹੋਏ ਨੇ, ਇਸ ਕਰਕੇ ਇਹਨੂੰ ਲਾਈਟਲੀ ਨਹੀਂ ਲੈ ਸਕਦੇ। ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੂੰ ਪਤਾ ਹੈ, ਲੇਕਿਨ ਇਹਦਾ ਮੰਨਦੇ ਹੋ ਕਿ ਕਾਰਵਾਈ ਦੀ ਤਿਆਰੀ ਹੋ ਰਹੀ ਹੈ। ਇੰਡੀਆ ਨੂੰ ਫਾਇਦਾ ਇਹ ਹੋਇਆ ਔਰ ਪੂਰੇ ਵਰਲਡ ਲੈਵਲ ਦੇ ਉੱਤੇ ਇੰਡੀਆ ਦਾ ਥੋੜਾ ਰੁਤਬਾ ਵਧਿਆ ਹੀ ਹੈ। ਔਰ ਇੰਡੀਆ ਹੁਣ ਪੂਰੇ ਵਰਲਡ ਨੂੰ, ਜਿਹਨੇ 160 ਕੰਟਰੀਆਂ ਜਿਹੜੀ ਚਾਈਨਾ ਦੇ ਖਿਲਾਫ ਹੈ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨ ਦੇ ਵਿੱਚ ਇੰਡੀਆ ਉਹਦਾ ਰਿਪਰੈਜ਼ੈਂਟੇਟਿਵ ਕਰੇਗੀ। ਬਿਲਕੁਲ, ਹਾਂਜੀ ਭਾਰਤੀ ਦੇਖੋ ਸਾਡੀ ਮਿਲਟਰੀ ਵਰਲਡ ਦੀਆਂ ਜਿਹੜੀਆਂ ਪਾਵਰਫੁਲ ਔਰ ਤਾਕਤਵਰ ਮਿਲਟਰੀ ਫੋਰਸਿਸ ਨੇ ਉਹਨਾਂ 'ਚ ਮੇਰੇ ਖਿਆਲ ਸ਼ਾਇਦ ਸੈਕੰਡ ਹੈ। ਤੇ ਮੋਰਾਲ ਸਾਡੀ ਮਿਲਟਰੀ ਦਾ ਇੰਨਾ ਉੱਚਾ ਹੈ ਕਿ ਬਾਕੀ ਵੀ ਦੇਖ ਕੇ ਦੰਗ ਹੈ। ਜਦੋਂ ਦੀ ਅਸੀਂ 62 ਵਾਲੀ ਟਾਈਮ ਬੀਤਿਆ, 65 ਵਿੱਚ ਅਸੀਂ ਹੋਰ ਤਾਕਤਵਰ ਹੋਏ, 71 ਚ ਅਸੀਂ ਹੋਰ ਤਾਕਤਵਰ ਬਣ ਕੇ ਨਿਕਲੇ, ਕਾਰਗਿਲ ਦੇ ਟਾਈਮ ਅਸੀਂ ਹੋਰ ਤਾਕਤਵਰ ਹੋਏ, ਔਰ ਅੱਜ ਆਇਆ ਟਾਈਮ ਬਿਨਾਂ ਹਥਿਆਰਾਂ ਦੇ ਵੀ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਚਾਈਨਾ ਨਾਲ। ਸੋ ਦੇਖੋ ਅੱਜ ਜੇ ਪ੍ਰਧਾਨ ਮੰਤਰੀ ਦਾ ਦੌਰਾ ਹੋਇਆ, ਉਸ ਤੋਂ ਇਲਾਵਾ ਜਿੰਨੀਆਂ ਉਹਨਾਂ ਨੇ ਕਾਰਵਾਈਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਚਾਹੇ ਉਹ ਐਪਸ ਤੇ ਪ੍ਰਤੀਬੰਧ ਹੋਵੇ, ਚਾਹੇ ਜਿੰਨੇ ਉਹਨਾਂ ਦੇ ਕੰਮ ਚੱਲ ਰਹੇ ਨੇ, ਅਲੱਗ-ਅਲੱਗ ਠੇਕੇ ਚੱਲ ਰਹੇ ਨੇ, ਉਹਨਾਂ ਦੇ ਕੰਟਰੈਕਟਸ ਨੇ, ਉਹਨਾਂ ਨੂੰ ਜਿਸ ਢੰਗ ਦੇ ਨਾਲ ਭਾਰਤ ਸਰਕਾਰ, ਅਲੱਗ-ਅਲੱਗ ਸਟੇਟਾਂ ਦੀਆਂ ਗਵਰਨਮੈਂਟਸ ਉਹਨਾਂ ਨੂੰ ਮਤਲਬ ਨਿਸ਼ਕਸ਼ ਕਰ ਰਹੀਆਂ ਨੇ, ਉਹਨਾਂ ਨੂੰ ਜਵਾਬ ਦੇ ਰਹੀਆਂ ਨੇ, ਤਾਂ ਚਾਈਨਾ ਦਾ ਇੱਕ ਅਸੀਂ ਬਹੁਤ ਵੱਡਾ ਲੱਕ ਤੋੜ ਰਹੇ ਹਾਂ। ਔਰ ਇਹ ਜਿਹੜੀ ਕਾਰਵਾਈ ਦੀ ਗੱਲ ਆ, ਸਾਰਾ ਵਿਸ਼ਵ ਇਹਦੇ ਲਈ ਇਕੱਤਰ ਹੋ ਰਿਹਾ, ਔਰ ਉਹ ਅੱਜ ਹਰ ਇੱਕ ਬੰਦਾ ਇਸ ਗੱਲ ਤੇ ਆਸ 'ਚ ਆ ਵੀ ਅਸੀਂ ਇਸ ਗੱਲ ਦਾ ਜੋ ਟਾਰਗੇਟ ਹੈ ਅਸੀਂ ਚਾਈਨਾ ਨੂੰ ਬੀਜਿੰਗ ਤੱਕ ਪਹੁੰਚਾ ਕੇ ਆਵਾਂਗੇ। ਹਰ ਦੇਸ਼ਵਾਸੀ ਦੇ ਮਨ ਦੀ ਇੱਛਾ, ਇਹ ਪ੍ਰਧਾਨ ਮੰਤਰੀ ਨਹੀਂ, ਹਰ ਇੱਕ ਦੇਸ਼ਵਾਸੀ ਇਸ ਤਰ੍ਹਾਂ ਚਾਹੁੰਦਾ ਵੀ ਉਹਨਾਂ ਨੂੰ ਦਸੀਏ ਵੀ ਕਿੱਥੇ ਤੱਕ ਪਹੁੰਚ ਕੇ ਸਾਡੇ ਜਵਾਨ ਉਹਨਾਂ ਨੂੰ ਜਵਾਬ ਦੇਣਗੇ। ਔਰ ਤੁਹਾਨੂੰ ਮੈਂ ਦੱਸਾਂ, ਅੱਜ ਅਗਰ ਉਹਨਾਂ ਨੇ ਉੱਥੇ ਆਪਣੇ ਮਾਰਸ਼ਲ ਆਰਟ ਐਕਸਪਰਟ ਲਾਏ ਸੀ ਤਾਂ ਸਾਡੇ ਵੀ ਉੱਥੇ ਬੜੇ ਅੱਛੇ ਐਕਸਪਰਟ ਜਿਨ੍ਹਾਂ ਨੇ ਵਧੀਆ ਉਹਨਾਂ 'ਚ ਹਿੱਸਾ ਲਿਆ, ਉਹ ਵੀ ਉੱਥੇ ਪਹੁੰਚ ਗਏ ਨੇ, ਗੁਰਿੱਲਾ ਕਮਾਂਡੋ, ਉਹ ਵੀ ਉੱਥੇ ਉਹਨਾਂ ਦਾ ਜਵਾਬ ਦੇਣ ਨੂੰ ਹਰ ਢੰਗ ਦੇ ਨਾਲ ਨਿਹੱਥੇ ਵੀ, ਔਰ ਅੱਜ ਤੱਕ ਨਿਹੱਥਾ ਕੋਈ ਰਹੇਗਾ ਹੀ ਨਹੀਂ, ਲੇਕਿਨ ਹਰ ਢੰਗ ਦੇ ਨਾਲ ਹੱਥ ਦੀ ਲੜਾਈ 'ਚ ਵੀ ਤੇ ਬਰੂਦ ਦੀ ਲੜਾਈ 'ਚ ਵੀ ਬੁਰਾ ਉਹਨਾਂ ਨੂੰ ਜਵਾਬ ਦੇਵਾਂਗੇ। ਅੱਜ ਸਾਡੇ ਪੈਨਲ ਦੇ ਵਿੱਚ ਚਰਚਾ ਹੋਈ ਹੈ ਇਸ ਦੇਸ਼ ਦੀ ਜਿਹੜੀ ਸੀਮਾ ਦੇ ਵਿੱਚ ਸਾਡੇ ਚੀਨ ਤੇ ਭਾਰਤ ਦੇ ਵਿੱਚ ਜਵਾਨਾਂ 'ਚ ਝੜਪ ਹੋਈ ਸੀ, ਉਹ ਸੀਮਾ ਵਿਵਾਦ ਨੂੰ ਲੈ ਕੇ ਅੱਜ ਭਾਰਤ ਦੇ ਰਾਸ਼ਟਰਪਤੀ ਤੇ ਭਾਰਤ ਦੇ ਸਾਡੇ ਪ੍ਰਧਾਨ ਮੰਤਰੀ ਦੀ ਇੱਕੋ ਹੀ ਰਾਏ ਸੀ
ਮੈਨੂੰ ਲੱਗਦਾ ਵੀ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ ਘਾਟੀ ਵਿੱਚ ਗਏ ਔਰ ਚੀਨ ਦੇ ਰਾਸ਼ਟਰਪਤੀ ਸ਼ਿਨ ਜਿੰਗਪਿੰਗ ਨੂੰ ਦੱਸ ਦਿੱਤਾ ਕੜੇ ਸ਼ਬਦਾਂ ਦੇ ਵਿੱਚ ਵੀ ਮੈਂ ਇਸ ਪੂਰੇ ਦੇਸ਼ ਵੱਲੋਂ ਅੱਜ ਭਾਰਤ ਦੀ ਸੈਨਾ ਦੇ ਪਿੱਛੇ ਫਿੱਟ ਥਵਾ ਰਿਹਾ, ਉਹਨਾਂ ਦਾ ਮੋਰਾਲ ਬੂਸਟ ਕਰਨ ਆ ਰਿਹਾ ਤੇ ਇੱਕ ਕਿਸਮ ਜੇ ਤੁਸੀਂ ਪੰਜਾਬੀ 'ਚ ਕਹਿ ਦਿਓ ਤੇ ਦੋ ਹੱਥ ਕਰਨ ਵੀ ਆ ਰਿਹਾ। ਅੱਜ ਤੋਂ ਬਾਅਦ ਇਸ ਤਰੀਕੇ ਦੀ ਕੋਈ ਘਟਨਾ ਜਾਂ ਕੋਈ ਕਾਰਵਾਈ ਨਾ ਸਾਹਸ ਕਰੇ ਚੀਨ, ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਸਾਹਸ ਦੀ ਪਰਿਭਾਸ਼ਾ ਜਿਹੜੀ ਆ ਇਹ ਨਹੀਂ ਹੈ, ਸਾਹਸ ਕਰਨਾ ਵੀ ਹੈ, ਸਾਹਸ ਦਇਆ ਵੀ ਹੈ ਤੇ ਸਾਹਸ ਊਰਜਾ ਵੀ ਆ। ਔਰ ਸਾਡੀ ਪੂਰੀ ਸੈਨਾ ਦੇ ਵਿੱਚ, ਤਿੰਨੋਂ ਸੈਨਾ ਦੇ ਵਿੱਚ ਸਾਹਸ ਵੀ ਆ ਤੇ ਊਰਜਾ ਵੀ ਆ। ਤੇ ਜਦੋਂ ਦੁਬਾਰਾ ਕਿਸੇ ਨੇ ਕੋਈ ਸਾਹਸ ਕੀਤਾ, ਭਾਰਤ ਦੇ ਅੱਗੇ ਅੱਖ ਕੌੜੀ ਕੀਤੀ, ਤਾਂ ਉਸ ਅੱਖ ਦੇ ਵਿੱਚ ਅੱਖ ਪਾ ਕੇ ਉਹਨੂੰ ਅਸੀਂ ਜਿਹਨੂੰ ਪੰਜਾਬੀ 'ਚ ਕਹਿੰਦੇ ਕੱਢਣਾ ਵੀ ਜਾਣਦੇ ਹਾਂ ਤੇ ਉਹਨੂੰ ਨਿਪਟਾਉਣਾ ਵੀ ਜਾਣਦੇ ਹਾਂ, ਤਾਂ ਉਹਨੂੰ ਚੇਤਾਵਨੀ ਵੀ ਦੇ ਰਹੇ ਹਾਂ ਅੱਜ ਤੋਂ ਬਾਅਦ ਐਦਾਂ ਦੀ ਹਰਕਤ ਨਾ ਕਰੇ ਕੋਈ ਗੁਆਂਢੀ ਦੇਸ਼। ਔਰ ਸਾਰੇ ਚੀਨ ਨੂੰ ਨਹੀਂ ਮੈਂ ਕਹਾਂਗਾ, ਅੱਜ ਪਾਕਿਸਤਾਨ ਤੇ ਨੇਪਾਲ ਵੀ ਤਾਂ ਹੋਰ ਵੀ ਜਿਹੜੇ ਦੇਸ਼ ਉਹਦੇ ਪਿੱਠ ਥਪਾ ਰਹੇ ਸੀ ਚੀਨ ਦੇ ਨਾਲ, ਉਹ ਮਜ਼ਾ ਲੈ ਰਹੇ ਸੀ ਵੀ ਸ਼ਾਇਦ ਚਾਈਨਾ ਨਾਲ ਭਾਰਤ ਦਾ ਪੰਗਾ ਪੈ ਗਿਆ। ਤੇ ਹੁਣ ਦੇਖਦੇ ਹਾਂ ਕੀ ਹੋਊਗਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰਤ ਦੱਸੂਗਾ ਵੀ ਭਾਰਤ ਉਹ 62 ਵਾਲਾ ਚੀਨ ਨਹੀਂ, ਭਾਰਤ 20 ਵਾਲਾ ਚੀਨ ਹੈ। ਔਰ ਪੂਰੀ ਦੇਸ਼ ਨਹੀਂ, ਬਾਕੀ ਵੀ ਦੇਸ਼ਾਂ ਨਾਲ, ਦੁਨੀਆ ਨਾਲ ਲੋਹਾ ਲੈ ਸਕਦਾ, ਕਿਉਂਕਿ ਅੱਜ ਚੀਨ ਨਾਲ ਹੀ ਦੁਨੀਆ ਦੀ ਸਾਰੇ ਦੇਸ਼ ਭਾਰਤ ਨਾਲ ਖੜੇ ਆ, ਚੀਨ ਨਾਲ ਨਹੀਂ ਖੜੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਡੇ ਵਿੱਚ ਪੈਨਲ 'ਚ ਸਾਰੇ ਬੁੱਧੀਜੀਵੀਆਂ ਨਾਲ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣਾ ਸਮਾਂ ਕੱਢਿਆ, ਇਸ ਪੈਨਲ ਦੇ ਵਿੱਚ ਚਰਚਾ ਕੀਤੀ ਔਰ ਇਹ ਚਰਚਾ ਜਾਰੀ ਰਹੇਗੀ। ਔਰ ਤੁਸੀਂ ਵੀ ਅਗਰ ਤੁਹਾਡਾ ਕੋਈ ਸੁਝਾਅ ਹੋਵੇ ਤੇ ਤੁਸੀਂ ਵੀ ਸਾਡੇ ਕਮੈਂਟਸ ਬਾਕਸ ਜਾ ਕੇ ਕਮੈਂਟਸ ਦੇ ਸਕਦੇ ਹੋ। ਤੁਹਾਡਾ ਸੁਝਾਅ ਵੀ ਅਸੀਂ ਬਹੁਮੂल्य ਰੱਖਾਂਗੇ। ਇਹਨਾਂ ਸ਼ਬਦਾਂ ਨਾਲ ਰਜੇਸ਼ ਮੈਨੂੰ ਦਿਓ ਇਜਾਜ਼ਤ। ਧੰਨਵਾਦ।